ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਕੁ ਵਾਅਦੇ ਕੀਤੇ ਹੋਏ ਨੇ, ਖਾਸ ਕਰਕੇ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਉਣ ਦਾ ਇੱਕ ਵੱਡਾ ਦਾਅਵਾ ਸਾਡੇ ਵਿਧਾਇਕ ਵੱਲੋਂ ਕੀਤਾ ਗਿਆ ਸੀ। ਕੀ ਲੱਗਦਾ ਪੂਰਾ ਹੋਏਗਾ? ਮੈਂ ਨਹੀਂ ਸਮਝਦਾ ਲੋਕਾਂ ਨੂੰ ਕੋਈ ਆਸ ਰੱਖਣੀ ਚਾਹੀਦੀ ਹੈ। ਇਹ ਆਉਣ ਵਾਲੇ ਜਿਹੜਾ ਇਲੈਕਸ਼ਨਾਂ ਤੋਂ ਪਹਿਲਾਂ 1.5 ਸਾਲ ਦਾ ਸਮਾਂ ਤਕਰੀਬਨ ਰਹਿ ਗਿਆ, ਵਿਕਾਸ ਜਾਂ ਸਹੂਲਤਾਂ ਦੇ ਪੱਖ ਤੋਂ ਤਾਂ ਜਾਂ ਵਾਅਦਿਆਂ ਜਿਹੜੇ ਕੀਤੇ ਨੇ ਉਹਨਾਂ ਨੂੰ ਪੂਰੇ ਕਰਨ ਤੋਂ ਤਾਂ ਲੋਕਾਂ ਨੂੰ ਨਮੋਸ਼ੀ ਹੀ ਮਿਲੇਗੀ। ਸੁਖਬੀਰ ਸਿੰਘ ਬਾਦਲ ਹੋਰਾਂ ਦਾ ਧੜਾ ਹੈਗਾ ਜਾਂ ਉਹਨਾਂ ਦੇ ਸਮਰਥਕ ਹੈਗੇ ਨੇ, ਉਹ ਤਾਂ ਇਹ ਕਹਿੰਦੇ ਨੇ ਵੀ ਜਿਹੜੇ ਵੀ ਢੀਂਡਸਾ ਦੇ ਨਾਲ ਜੁੜ ਰਹੇ ਨੇ ਜਾਂ ਢੀਂਡਸਾ ਹੋਰਾਂ ਦੇ ਅਕਾਲੀ ਦਲ ਨਾਲ ਜੁੜ ਰਹੇ ਨੇ, ਸਾਰੇ ਚੱਲੇ ਹੋਏ ਕਾਰਤੂਸ ਨੇ। ਅਕਾਲੀ ਦਲ ਪਹਿਲੀ ਵਾਰੀ ਜਦ ਦਾ ਪੰਜਾਬ ਬਣਿਆ, ਪਹਿਲੀ ਵਾਰੀ ਇਹ ਵੀ ਅਕਾਲੀ ਦਲ ਤੀਜੇ ਨੰਬਰ ਤੇ ਆਇਆ। ਕਿਉਂ ਆਇਆ? ਤੇ ਫਿਰ ਚੱਲਿਆ ਹੋਇਆ ਕਾਰਤੂਸ ਕੌਣ ਹੈ? ਤੁਸੀਂ ਜਦੋਂ ਵਿਧਾਨ ਸਭਾ ਇਲੈਕਸ਼ਨਸ ਹੋਏ, ਤੁਹਾਡੇ ਫਾਦਰ ਸਾਹਿਬ ਨੇ ਵੀ ਤੁਹਾਨੂੰ ਮਨਾ ਕੀਤਾ ਕਿ ਤੁਸੀਂ ਇਲੈਕਸ਼ਨ ਨਾ ਲੜੋ। ਸੁਖਬੀਰ ਨੇ ਕਿਉਂ ਜੀ ਗਿੱਦੜ ਸਿੰਘੀ ਤੁਹਾਨੂੰ ਦਿਖਾਈ ਕੋਈ ਇਹੋ ਜੀ ਕਿ ਤੁਸੀਂ ਉਹਨਾਂ ਦੇ ਵੱਲ ਹੋ ਗਏ ਤੇ ਆਪਣੇ ਫਾਦਰ ਸਾਹਿਬ ਨੂੰ ਵੀ ਛੱਡ ਗਏ? ਨਹੀਂ, ਫਾਦਰ ਸਾਹਿਬ ਨੂੰ ਮੈਂ ਛੱਡਿਆ। ਢੀਂਡਸਾ ਸਾਹਿਬ ਉਦੋਂ ਅਸਤੀਫਾ ਦੇ ਕੇ ਘਰੇ ਬੈਠ ਗਏ ਸੀ। ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਮਾਯੂਸ ਹੋ ਕੇ ਸਿਆਸਤ ਚੋਂ ਉਹ ਘਰੇ ਬੈਠ ਗਏ ਜੀ। ਸੋ ਮੈਂ ਉਹਦੇ ਸਿਰ ਪਾਰਟੀ ਦੇ ਵਿੱਚ ਚੱਲਣ ਦਾ ਫੈਸਲਾ ਕੀਤਾ ਸੀ। ਤੁਹਾਡੇ ਨਾਲ ਲੋਕ ਕਿਉਂ ਜੁੜਨ? ਤੁਸੀਂ ਵੋਟਾਂ ਕਿਸ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਮੁੱਦਾ ਹੁੰਦਾ ਹੈ, ਬੇਰੁਜ਼ਗਾਰੀ ਹੋ ਗਿਆ, ਉਹ ਹਾਲਾਤ ਸਾਨੂੰ ਪਤਾ ਹੈ। ਕੋਵਿਡ-19 ਨੂੰ ਲੈ ਕੇ ਕਿੰਨੇ ਕੁ ਹਾਲਾਤ ਇੱਥੇ ਠੀਕ ਨੇ, ਕਿਹੋ ਜੀ ਸਿਸਟਮ ਕੰਮ ਕਰ ਰਿਹਾ, ਤੁਹਾਡੇ ਕੋਲ ਕਿਹੜੇ ਮੁੱਦੇ ਹੋਣਗੇ? ਕੋਈ ਵੀ ਬੰਦਾ ਜੇ ਕੋਈ ਕਹਿੰਦਾ ਵੀ ਰਾਤੋਂ ਰਾਤ ਮੈਂ ਸੁਧਾਰ ਕਰ ਦੂੰਗਾ, ਉਹ ਲੋਕਾਂ ਨੂੰ ਝੂਠੇ ਦਿਲਾਸੇ, ਝੂਠੇ ਸੁਪਨੇ ਦਿਖਾਉਣ ਤੋਂ ਬਿਨਾਂ ਕੁਝ ਨਹੀਂ ਕਰ ਰਿਹਾ। ਖੇਤੀ ਸੁਧਾਰ ਬਿੱਲ ਜਿਹੜਾ ਲੈ ਕੇ ਆਂਦਾ ਜਾ ਰਿਹਾ ਹੈ, ਜਾਂ ਬਿਹਾਰ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਰਿਪੋਰਟ ਆਈ ਹੈ, ਪਰਸੋਂ ਤਰਸੋਂ ਰਿਪੋਰਟ ਵੀ ਭੇਜੀ ਹੈ, ਉਹਦੇ ਵਿੱਚ ਦੱਸਿਆ ਕਿ ਬੜੇ ਧੱਕੇਸ਼ਾਹੀ ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ। ਜੇਕਰ ਇੱਥੇ ਤੁਹਾਡੀ ਕਮਾਂਡ ਆਉਂਦੀ ਹੈ, ਤੁਹਾਡਾ ਕੀ ਸਟੈਂਡ ਰਹੇਗਾ? ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ, ਕਿਉਂਕਿ ਨਾ ਤਾਂ ਉਹ 'ਚ MSP ਦੀ ਗੱਲ ਹੈ, ਨਾ ਉਹ 'ਚ ਕਿਸੇ ਏਜੰਸੀ ਜਿਹੜੀ ਖਰੀਦ ਕਰਦੀ ਹੈ ਉਹਦਾ ਕੋਈ ਵਰਣਨ ਹੈ। ਤੇ ਫਿਰ ਉਹ 'ਚ ਜੇ ਤੁਸੀਂ ਕੋਈ ਪ੍ਰੋਟੈਕਸ਼ਨ ਮੈਕੈਨਿਜ਼ਮ ਹੀ ਨਹੀਂ ਰੱਖਿਆ, ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਅਸੀਂ ਜਿਹੜਾ MSP ਤੇ ਖਰੀਦ ਕਰਾਂਗੇ? 3.5 ਸਾਲ ਪਹਿਲਾਂ ਇੱਕ ਸਹੁੰ ਚੁੱਕੀ ਜਾਂਦੀ ਹੈ ਤਲਵੰਡੀ ਸਾਬੋ ਵੱਲ ਹੱਥ ਕਰਕੇ, ਗੁਟਕਾ ਸਾਹਿਬ ਫੜ ਕੇ, ਪਰ 3.5 ਸਾਲ ਆਉਂਦੇ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਉਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਰਹੀਆਂ ਨੇ। ਮੈਨੂੰ ਲੱਗਦਾ ਕਿ ਇਹ ਮੁੱਦਾ ਵੀ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਅਹਿਮ ਰਹੇਗਾ। ਕੀ ਮੰਨਣਾ ਤੁਹਾਡਾ ਇਹ? ਸਤਿ ਸ਼੍ਰੀ ਅਕਾਲ ਜੀ। ਹਕੀਕਤ ਟੀਵੀ ਪੰਜਾਬੀ ਦੇਖ ਰਹੇ ਸਾਡੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਕਾਸਿਫ ਫਾਰੂਕੀ। ਅੱਜ ਈਦ ਦਾ ਦਿਹਾੜਾ ਹੈ, ਈਦ ਉਲ ਅਜ਼ਹਾ ਦਾ ਦਿਹਾੜਾ ਹੈ। ਇਸ ਮੌਕੇ ਤੇ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ ਹੈਦਰਨਗਰ ਜਿਹੜੇ ਆਪਣੇ ਵਰਕਰ ਨੇ, ਮਿੱਤਰ ਨੇ, ਉਹਨਾਂ ਦੇ ਘਰੇ ਤੋਫੈਲ ਮਲਿਕ ਹੋਰਾਂ ਦੇ ਘਰਾਂ ਉਹਨਾਂ ਦੇ ਆਏ ਹੋਏ ਨੇ। ਨਾਲ ਉਹਨਾਂ ਦੇ ਭਰਾ ਵੀ ਨੇ, ਜ਼ੁਲਫਕਾਰ ਹੋਰਾਂ ਵੀ ਉਹਨਾਂ ਦੇ ਨਾਲ ਨੇ। ਉਹਨਾਂ ਨੂੰ ਈਦ ਮੁਬਾਰਕ ਕਹਿਣ ਆਏ ਨੇ। ਅੱਜ ਉਹਨਾਂ ਨਾਲ ਗੱਲਬਾਤ ਕਰਾਂਗੇ ਕਿ ਇਸ ਵੇਲੇ ਕਿਹੋ ਜਿਹਾ ਜਿਹੜਾ ਸਿਨੈਰੀਓ ਹੈ ਪੰਜਾਬ ਦੇ ਵਿੱਚ ਬਣ ਰਿਹਾ ਹੈ, ਔਰ ਉਹਨਾਂ ਦੇ ਜਜ਼ਬਾਤ ਇਸ ਵੇਲੇ ਸਰਕਾਰ ਨੂੰ ਲੈ ਕੇ ਜਾਂ ਆਪਣੇ ਭਵਿੱਖ ਨੂੰ ਲੈ ਕੇ, ਖਾਸ ਕਰਕੇ ਕਿਉਂਕਿ ਇਸ ਵੇਲੇ ਢੀਂਡਸਾ ਪਰਿਵਾਰ ਦਾ ਜਿਹੜਾ ਸਿਆਸੀ ਰਸੂਖ ਹੈ ਆਉਣ ਵਾਲੀਆਂ ਚੋਣਾਂ ਦੇ ਵਿੱਚ ਉਹ ਦਾਅ 'ਤੇ ਲੱਗਣ ਵਾਲਾ। ਢੀਂਡਸਾ ਸਾਹਿਬ, ਬਹੁਤ ਬਹੁਤ ਸਵਾਗਤ ਹੈ ਜੀ ਹਕੀਕਤ ਟੀਵੀ ਪੰਜਾਬੀ 'ਤੇ। ਧੰਨਵਾਦ ਜੀ ਤੁਹਾਡਾ ਬਹੁਤ ਬਹੁਤ। ਸਭ ਤੋਂ ਪਹਿਲਾਂ ਤਾਂ ਮੈਂ ਸਾਰੇ ਆਪਦੇ ਮੁਸਲਮਾਨ ਭਰਾਵਾਂ ਨੂੰ ਈਦ ਉਲ ਅਜ਼ਹਾ ਦੇ ਇਸ ਪਵਿੱਤਰ ਮੌਕੇ 'ਤੇ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਅਤੇ ਇਹੀ ਦੁਆ ਕਰਦਾ ਵੀ ਅੱਲਾ ਸਾਰਿਆਂ ਨੂੰ ਖੁਸ਼ੀਆਂ ਅਤੇ ਤਰੱਕੀ ਦੇਵੇ। ਢੀਂਡਸਾ ਸਾਹਿਬ, ਤੁਸੀਂ ਵੀ ਲਗਭਗ 10 ਸਾਲ, ਆਪਾਂ ਸ਼ੁਰੂਆਤ ਕਰ ਲੈਂਦੇ, ਤੁਹਾਡੇ ਕੋਲ ਵੀ ਟਾਈਮ ਬਹੁਤ ਘੱਟ ਹੈ, 10 ਸਾਲ ਤੁਸੀਂ ਲਗਭਗ ਖਜ਼ਾਨਾ ਜਿਹੜਾ ਕੰਮਕਾਰ ਦੇਖੇ ਨੇ ਬਤੌਰ। ਪਰ ਤੁਹਾਨੂੰ ਕੀ ਲੱਗਦਾ ਇਸ ਵੇਲੇ ਜਿਹੜੇ ਹਾਲਾਤ ਨੇ ਖਜ਼ਾਨੇ ਦੇ ਪੰਜਾਬ ਦੇ ਵਿੱਚ, ਆਉਣ ਵਾਲੇ ਟਾਈਮ ਦੇ ਵਿੱਚ ਜਿੰਨੇ ਕੁ ਵਾਅਦੇ ਕੀਤੇ ਹੋਏ ਨੇ, ਖਾਸ ਕਰਕੇ ਮਲੇਰਕੋਟਲੇ ਨੂੰ ਜ਼ਿਲ੍ਹਾ ਬਣਾਉਣ ਦਾ ਇੱਕ ਵੱਡਾ ਦਾਅਵਾ ਸਾਡੇ ਵਿਧਾਇਕ ਵੱਲੋਂ ਕੀਤਾ ਗਿਆ ਸੀ, ਕੀ ਲੱਗਦਾ ਪੂਰਾ ਹੋਏਗਾ? ਦੇਖੋ, ਜੋ ਮੌਜੂਦਾ ਕਾਂਗਰਸ ਸਰਕਾਰ ਹੈ ਉਹਨਾਂ ਨੂੰ ਸਭ ਪਤਾ ਸੀ ਵੀ ਅਸੀਂ ਕੋਈ ਵਾਅਦਾ ਪੂਰਾ ਨਹੀਂ ਕਰ ਸਕਦੇ। ਉਹਨਾਂ ਨੇ ਸਿਰਫ ਵੋਟਾਂ ਲੈਣ ਲਈ ਝੂਠੇ ਵਾਅਦੇ ਲੋਕਾਂ ਨਾਲ ਕੀਤੇ ਨੇ। ਅਤੇ ਹੁਣ ਜੋ ਪੰਜਾਬ ਦੇ ਖਜ਼ਾਨੇ ਦੇ ਹਾਲਾਤ ਨੇ ਉਹ ਇੰਨੇ ਕੁ ਮਾੜੇ ਹੋ ਚੁੱਕੇ ਨੇ ਕਿ ਵਿਕਾਸ ਜਾਂ ਸਹੂਲਤਾਂ ਦੇਣਾ ਤਾਂ ਦੂਰ ਦੀ ਗੱਲ ਹੈ, ਮੁਲਾਜ਼ਮਾਂ ਨੂੰ ਤਨਖਾਹ ਦੇਣੀ, ਸਰਕਾਰ ਦਾ ਜਿਹੜਾ ਕਰਜ਼ਾ ਹੈ ਉਹ ਮੋੜਨਾ, ਉਹ ਵੀ ਔਖਾ ਹੋਇਆ ਪਿਆ। ਸੋ ਇਸ ਲਈ ਮੈਂ ਨਹੀਂ ਸਮਝਦਾ ਲੋਕਾਂ ਨੂੰ ਕੋਈ ਆਸ ਰੱਖਣੀ ਚਾਹੀਦੀ ਹੈ। ਇਹ ਆਉਣ ਵਾਲੇ ਜਿਹੜਾ ਇਲੈਕਸ਼ਨਾਂ ਤੋਂ ਪਹਿਲਾਂ 1.5 ਸਾਲ ਦਾ ਸਮਾਂ ਤਕਰੀਬਨ ਰਹਿ ਗਿਆ, ਵਿਕਾਸ ਜਾਂ ਸਹੂਲਤਾਂ ਦੇ ਪੱਖ ਤੋਂ ਤਾਂ ਜਾਂ ਵਾਅਦਿਆਂ ਜਿਹੜੇ ਕੀਤੇ ਨੇ ਉਹਨਾਂ ਨੂੰ ਪੂਰੇ ਕਰਨ ਤੋਂ ਤਾਂ ਲੋਕਾਂ ਨੂੰ ਨਮੋਸ਼ੀ ਹੀ ਮਿਲੇਗੀ। ਜੀ ਜੀ। ਅਤੇ ਢੀਂਡਸਾ ਸਾਹਿਬ, ਇੱਕ ਹੋਰ ਬੜਾ ਸਵਾਲ ਜਿਹੜਾ ਅੱਜ ਕੱਲ੍ਹ ਲੋਕਾਂ ਦੀਆਂ ਜ਼ੁਬਾਨਾਂ ਦੇ ਉੱਤੇ ਹੈ, ਉਹ ਇਹ ਹੈ ਕਿ ਜਿਸ ਨੇ ਵੀ ਆਪਣੀ ਪਾਰਟੀ, ਚਾਹੇ ਕਾਂਗਰਸ ਹੋਵੇ ਜਾਂ ਅਕਾਲੀ ਦਲ ਹੋਵੇ, ਜਿਨ੍ਹਾਂ ਨੇ ਵੀ ਛੱਡੀ ਹੈ,
ਉਹ ਕਿਤੇ ਨਾ ਕਿਤੇ ਜਾ ਕੇ ਜਾਂ ਤਾਂ ਉਹਨਾਂ ਦਾ ਸਿਆਸੀ ਕਰੀਅਰ ਖਤਮ ਹੋ ਗਿਆ ਜਾਂ ਉਹਨਾਂ ਨੂੰ ਕਿਤੇ ਨਾ ਕਿਤੇ ਫੇਰ ਮਨਪ੍ਰੀਤ ਬਾਦਲ ਵਾਂਗ ਕਿਸੇ ਨਾ ਕਿਸੇ ਪਾਰਟੀ ਦਾ ਪੱਲਾ ਫੜਨਾ ਪੈਂਦਾ ਹੈ। ਤੁਹਾਨੂੰ ਕੀ ਲੱਗਦਾ ਤੁਸੀਂ ਇੰਨਾ ਵੱਡਾ ਕਦਮ ਚੁੱਕਿਆ, ਪੰਜਾਬ ਦੀ ਕਮਾਂਡ ਸੰਭਾਲਣ ਦੀ ਗੱਲ ਕਰ ਰਹੇ ਹੋ, ਮੁਮਕਿਨ ਹੈ? ਦੇਖੋ, ਅਸੀਂ ਸਿਧਾਂਤਾਂ ਦੀ ਗੱਲ ਕੀਤੀ ਹੈ, ਅਸੀਂ ਕੋਈ ਪਾਰਟੀ ਨਹੀਂ ਛੱਡੀ। ਅਸੀਂ ਅੱਜ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਹਾਂ, ਕਿਉਂਕਿ ਬਾਦਲ ਪਰਿਵਾਰ ਨੇ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਸੋਚ ਸੀ, ਵਿਚਾਰਧਾਰਾ, ਸਿਧਾਂਤ ਸਾਰਿਆਂ ਨੂੰ ਛਿੱਕੇ ਟੰਗਤਾ। ਸੋ ਅਸੀਂ ਤਾਂ ਉਸ ਪਾਰਟੀ ਦੀ ਮਜ਼ਬੂਤੀ ਲਈ, ਅਵਧੀ ਦੀ ਲਈ ਅਸੀਂ ਕੰਮ ਕਰ ਰਹੇ ਹਾਂ। ਲੋਕਾਂ ਦਾ, ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ, ਵਰਕਰਾਂ ਦਾ ਬਹੁਤ ਵੱਡਾ ਸਹਿਯੋਗ ਮਿਲ ਰਿਹਾ। ਦਿਨ ਪਰ ਦਿਨ ਲੋਕ ਸਾਡੇ ਨਾਲ ਸ਼ਾਮਲ ਹੋ ਰਹੇ ਨੇ। ਸੋ ਇਸ ਲਈ ਮੈਂ ਸਮਝਦਾ ਸਮੀਕਰਨ ਵੀ ਬਦਲ ਚੁੱਕੇ ਨੇ, ਸਮਾਂ ਵੀ ਬਦਲ ਚੁੱਕਿਆ। ਲੋਕ ਕੁਝ ਸਮੇਂ ਦੀ ਗੱਲ ਕਰਦੇ ਨੇ ਪਿਛਲੇ 20 ਸਾਲਾਂ ਦੀ, ਵੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ ਛੱਡ ਕੇ ਗਏ ਉਹਨਾਂ ਦਾ ਕੀ ਹੋਇਆ। ਉਹਨਾਂ ਦੀ ਲੜਾਈ ਪਰਸਨਲ ਲੜਾਈ ਸੀ ਪਹਿਲਾਂ ਲੋਕਾਂ ਦੀ। ਸਾਡੀ ਲੜਾਈ ਕੋਈ ਪਰਸਨਲ ਲੜਾਈ ਨਹੀਂ ਹੈ। ਸਾਡੀ ਜਿਹੜੀ ਹੈ ਪੰਥਕ ਜਿਹੜੀ ਵਿਚਾਰਧਾਰਾ ਦੀ, ਸਾਡੀ ਲੜਾਈ ਪੰਜਾਬ ਦੇ ਲੋਕਾਂ ਦੀ ਅਤੇ ਵਿਚਾਰਧਾਰਕ ਲੜਾਈ ਹੈ। ਸੋ ਉਸ ਦੇ ਵਿੱਚ ਸਾਨੂੰ ਪੂਰਾ ਭਰੋਸਾ ਹੈ ਵੀ ਲੋਕ ਸਾਨੂੰ ਸਾਥ ਦੇਣਗੇ। ਤੁਸੀਂ ਦੇਖੋ 1990-92 ਤੋਂ ਬਾਅਦ ਜਦ ਸ਼੍ਰੋਮਣੀ ਅਕਾਲੀ ਦਲ 'ਤੇ ਬਰਨਾਲਾ ਪਰਿਵਾਰ ਦਾ ਕਬਜ਼ਾ ਸੀ, ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਉਹਨਾਂ ਨੇ ਆਪਣਾ ਪਾਰਟੀ ਬਣਾਈ ਅਤੇ ਲੋਕਾਂ ਨੇ ਉਹਨਾਂ ਨੂੰ ਅਸਲੀ ਅਕਾਲੀ ਦਲ ਮੰਨਿਆ। ਕਿਉਂਕਿ ਸਰਦਾਰ ਸੁਰਜੀਤ ਸਿੰਘ ਜੀ ਬਰਨਾਲਾ ਵੇਲੇ ਜੋ ਅਕਾਲੀ ਦਲ ਦੀ ਵਿਚਾਰਧਾਰਾ ਸੀ, ਸੋਚ ਸੀ, ਉਹ ਤੋਂ ਪਿੱਛੇ ਹਟ ਕੇ ਉਹਨਾਂ ਨੇ ਆਪਰੇਸ਼ਨ ਬਲੈਕ ਥੰਡਰ ਕਰਾਇਆ ਅਤੇ ਕੇਂਦਰ ਸਰਕਾਰ, ਕਾਂਗਰਸ ਸਰਕਾਰ ਦੇ ਥੱਲੇ ਲੱਗ ਕੇ ਕੰਮ ਕੀਤੇ। ਜਿਹੜੇ ਵਾਅਦੇ ਸੀ ਚੰਡੀਗੜ੍ਹ ਨੂੰ ਪੰਜਾਬ ਦੇ ਵਿੱਚ ਸ਼ਾਮਲ ਕਰਨ ਦਾ, ਉਹ ਤੋਂ ਤੇ ਉਹ ਨਹੀਂ ਪਹਿਰਾ ਦਿੱਤਾ। ਸੋ ਇਸ ਲਈ ਲੋਕ ਮਾਯੂਸ ਹੋ ਕੇ ਪਿੱਛੇ ਹਟੇ ਅਤੇ ਨਵੇਂ ਅਕਾਲੀ ਦਲ ਦਾ ਸਾਥ ਦਿੱਤਾ। ਉਹ ਮੁੱਖ ਧਿਰ ਬਣ ਗਈ। ਸੋ ਹੁਣ ਵੀ ਕਿਉਂਕਿ ਮੌਜੂਦਾ ਹਾਲਾਤਾਂ ਵਿੱਚ ਬਾਦਲ ਪਰਿਵਾਰ ਨੇ ਜਿਸ ਤਰ੍ਹਾਂ ਜਿਹੜੀ ਹੈ ਸਿੱਖ ਕੌਮ ਦੀ ਜੋ ਆਸਾਂ 'ਤੇ ਪਾਣੀ ਫੇਰਿਆ, ਉਹਦੇ ਨਾਲ ਲੋਕ ਹੁਣ ਮਾਯੂਸ ਨੇ ਅਤੇ ਲੋਕ ਚਾਹੁੰਦੇ ਨੇ ਵੀ ਅਕਾਲੀ ਦਲ ਦੇ ਵਿੱਚ ਬਦਲਾਅ ਆਵੇ। ਪਰ ਜਿਹੜੇ ਸੁਖਬੀਰ ਸਿੰਘ ਬਾਦਲ ਹੋਰਾਂ ਦਾ ਧੜਾ ਹੈਗਾ ਜਾਂ ਉਹਨਾਂ ਦੇ ਸਮਰਥਕ ਹੈਗੇ ਨੇ, ਉਹ ਤਾਂ ਇਹ ਕਹਿੰਦੇ ਨੇ ਵੀ ਜਿਹੜੇ ਵੀ ਢੀਂਡਸਾ ਦੇ ਨਾਲ ਜੁੜ ਰਹੇ ਨੇ ਜਾਂ ਢੀਂਡਸਾ ਹੋਰਾਂ ਦੇ ਅਕਾਲੀ ਦਲ ਨਾਲ ਜੁੜ ਰਹੇ ਨੇ, ਸਾਰੇ ਚੱਲੇ ਹੋਏ ਕਾਰਤੂਸ ਨੇ। ਦੇਖੋ, ਗੱਲ ਇਹ ਹੈ, ਕੋਈ ਚੱਲਿਆ ਹੋਇਆ ਕਾਰਤੂਸ ਨਹੀਂ। ਲੋਕ ਨੇ, ਉਹਨਾਂ ਨੇ ਫੈਸਲਾ ਕਰਨਾ ਹੈ, ਕੋਈ ਉਹਨਾਂ ਦੇ ਲੀਡਰਾਂ ਨੇ ਨਹੀਂ ਕਰਨਾ। ਜੇ ਉਹਨਾਂ ਦੇ ਵਿੱਚ ਇੰਨੀ ਕੁ ਸ਼ਕਤੀ ਹੁੰਦੀ ਹੈ, ਹੁਣ ਤੀਜੇ ਥਾਂ 'ਤੇ ਕਿਉਂ ਆਉਂਦੇ ਅਸੈਂਬਲੀ ਇਲੈਕਸ਼ਨ? ਅਕਾਲੀ ਦਲ ਪਹਿਲੀ ਵਾਰੀ ਜਦ ਦਾ ਪੰਜਾਬ ਬਣਿਆ, ਪਹਿਲੀ ਵਾਰੀ ਇਹ ਵੀ ਅਕਾਲੀ ਦਲ ਤੀਜੇ ਨੰਬਰ 'ਤੇ ਆਇਆ। ਕਿਉਂ ਆਇਆ? ਅਤੇ ਫਿਰ ਚੱਲਿਆ ਹੋਇਆ ਕਾਰਤੂਸ ਕੌਣ ਹੈ? ਇਹ ਤਾਂ ਲੋਕਾਂ ਦਾ ਭਰੋਸਾ, ਉਹ ਡਿਪੈਂਡ ਕਰਦਾ ਵੀ ਲੋਕ ਕਿਹਦੇ ਨਾਲ ਖੜ੍ਹੇ ਨੇ। ਕਿਸੇ ਦੇ ਲੀਡਰਾਂ ਦੇ ਕਹਿਣ ਨਾਲ ਕੁਛ ਨਹੀਂ ਹੋਣਾ। ਉਹਨਾਂ ਨੂੰ ਵੀ ਸੱਚਾਈ ਆਉਣ ਵਾਲੇ ਸਮੇਂ 'ਚ ਸ਼ੀਸ਼ਾ ਚਾਨਣ ਹੋ ਜਾਊਗਾ। ਕੋਈ ਗੱਲ ਨਹੀਂ, ਬੜਾ ਸਮਾਂ ਨਹੀਂ ਰਹਿ ਗਿਆ, 1.5 ਸਾਲ ਦਾ ਸਮਾਂ ਰਹਿ ਗਿਆ, ਸਭ ਨੂੰ ਚਾਨਣ ਹੋ ਜੂ ਵੀ ਚੱਲਿਆ ਹੋਇਆ ਕਾਰਤੂਸ ਕੌਣ ਹੈ ਅਤੇ ਲੋਕ ਕਿਹਦੇ ਨਾਲ ਨੇ। ਜੀ। ਤੇ ਢੀਂਡਸਾ ਸਾਹਿਬ, ਇੱਕ ਗੱਲ ਜਿਹੜੀ ਉਹ ਸਾਰਿਆਂ ਦੇ ਸਮਝ ਤੋਂ ਉਸ ਵੇਲੇ ਬਾਹਰ ਸੀ ਕਿ ਤੁਸੀਂ ਜਦੋਂ ਵਿਧਾਨ ਸਭਾ ਇਲੈਕਸ਼ਨਸ ਹੋਏ, ਤੁਹਾਡੇ ਫਾਦਰ ਸਾਹਿਬ ਨੇ ਵੀ ਤੁਹਾਨੂੰ ਮਨਾ ਕੀਤਾ ਕਿ ਤੁਸੀਂ ਇਲੈਕਸ਼ਨ ਨਾ ਲੜੋ। ਸੁਖਬੀਰ ਨੇ ਕਿਉਂ ਜੀ ਗਿੱਦੜ ਸਿੰਘੀ ਤੁਹਾਨੂੰ ਦਿਖਾਈ ਕੋਈ ਇਹੋ ਜਿਹੀ ਕਿ ਤੁਸੀਂ ਉਹਨਾਂ ਦੇ ਵੱਲ ਹੋ ਗਏ ਅਤੇ ਆਪਣੇ ਫਾਦਰ ਸਾਹਿਬ ਨੂੰ ਵੀ ਛੱਡ ਗਏ? ਨਹੀਂ, ਫਾਦਰ ਸਾਹਿਬ ਨੂੰ ਨਹੀਂ ਮੈਂ ਛੱਡਿਆ। ਢੀਂਡਸਾ ਸਾਹਿਬ ਉਦੋਂ ਅਸਤੀਫਾ ਦੇ ਕੇ ਘਰੇ ਬੈਠ ਗਏ ਸੀ ਜੀ। ਉਹਨਾਂ ਨੇ ਇਹ ਕਿਹਾ ਸੀ ਵੀ ਮੈਂ ਮਾਯੂਸ ਹੋ ਕੇ ਸਿਆਸਤ 'ਚੋਂ ਉਹ ਘਰੇ ਬੈਠ ਗਏ ਜੀ। ਸੋ ਮੈਂ ਉਹਦੇ ਸਿਰਫ ਪਾਰਟੀ ਦੇ ਵਿੱਚ ਚੱਲਣ ਦਾ ਫੈਸਲਾ ਕੀਤਾ ਸੀ। ਅਤੇ ਪਾਰਟੀ ਦੇ ਵਿੱਚ ਦੇਖੋ, ਪਾਰਟੀ ਅੱਜ ਵੀ ਮੈਂ ਪਾਰਟੀ ਦੇ ਨਾਲ ਹਾਂ। ਅਸੀਂ ਅੱਜ ਪਾਰਟੀ ਨੂੰ ਮਜ਼ਬੂਤ ਕਰਨ ਦੀ ਗੱਲ ਕਰਦੇ ਹਾਂ। ਪਾਰਟੀ ਨੇ ਜੇ ਸਾਨੂੰ ਮਾਣ ਦਿੱਤਾ ਤਾਂ ਸਾਡੀ ਵੀ ਡਿਊਟੀ ਹੈ ਵੀ ਪਾਰਟੀ ਨੂੰ ਖੜ੍ਹਾ ਕਰੀਏ। ਪਰ ਸਿਰਫ ਸਾਡੇ 'ਚ ਸਿਰਫ ਇਹੀ ਫਰਕ ਹੈ ਵੀ ਅਸੀਂ ਉਹਨਾਂ ਦੀ ਵਿਚਾਰਧਾਰਾ ਨਾਲ, ਉਹਨਾਂ ਦੀ ਸੋਚ ਨਾਲ ਸਹਿਮਤ ਨਹੀਂ, ਜਿਸ ਕਰਕੇ ਉਹਨਾਂ ਨੇ ਸਾਨੂੰ ਪਾਰਟੀ ਦੇ ਵਿੱਚੋਂ ਕੱਢਤਾ। ਸੋ ਜਦ ਪਾਰਟੀ ਨੇ ਕਿਹਾ ਅਸੀਂ ਪਾਰਟੀ ਵਾਸਤੇ ਚੋਣ ਲੜੀ, ਜੇ ਪਾਰਟੀ ਨੇ ਮਾਨਤਾ ਹੈ, ਪਾਰਟੀ ਜੇ ਔਖੇ ਟਾਈਮ 'ਤੇ ਚੋਣ ਲੜਨ ਨੂੰ ਕਹੇਗੀ, ਮੈਂ ਇਹ ਸੋਚ ਕੇ ਕੀਤਾ ਵੀ ਹੁਣ ਮੇਰਾ ਸਮਾਂ, ਸਾਨੂੰ ਪਾਰਟੀ ਦੇ ਨਾਲ ਖੜਨਾ ਚਾਹੀਦਾ ਅਤੇ ਸਾਨੂੰ ਉਹਨਾਂ ਨੇ ਪਾਰਟੀ 'ਚੋਂ ਕੱਢਤਾ। ਜੇ ਅਸੀਂ ਬੋਲੇ, ਉਹਨਾਂ ਨੇ ਪਾਰਟੀ 'ਚੋਂ ਕੱਢਤਾ। ਮੈਂ ਤਾਂ ਲੀਡਰਸ਼ਿਪ ਤੋਂ ਅਸਤੀਫਾ ਦਿੱਤਾ ਸੀ। ਸੋ ਇਹਨਾਂ ਦੀ ਇਹ ਬੁਖਲਾਹਟ ਹੈ, ਉਹਨਾਂ ਦੀ ਘਬਰਾਹਟ ਹੈ, ਜਿਸ ਕਰਕੇ ਇਹ ਸਾਰਾ ਕੁਛ ਉਹ ਕਰ ਰਹੇ ਨੇ। ਅਸੀਂ, ਜਿਵੇਂ ਮੈਂ ਤੁਹਾਨੂੰ ਪਹਿਲਾਂ ਕਿਹਾ, ਹਮੇਸ਼ਾ ਜਿਹੜਾ ਹੈ ਅਕਾਲੀ ਸੋਚ, ਅਕਾਲੀ ਸਿਧਾਂਤਾਂ 'ਤੇ ਪਹਿਰਾ ਦੇਣ ਦਾ ਅਸੀਂ ਤਹਈਆ ਕੀਤਾ ਅਤੇ ਉਹਦੇ ਖੜ੍ਹੇ ਰਹਾਂ। ਅਤੇ ਢੀਂਡਸਾ ਸਾਹਿਬ, ਇੱਕ ਜਿਹੜਾ
ਮੁੱਦੇ ਕੀ ਰਹਿਣਗੇ ਆਉਣ ਵਾਲੇ ਸਮੇਂ 'ਚ? ਤੁਹਾਡੇ ਨਾਲ ਲੋਕ ਕਿਉਂ ਜੁੜਨ? ਤੁਸੀਂ ਵੋਟਾਂ ਕਿਸ ਆਧਾਰ ਤੇ ਆਉਣ ਵਾਲੇ ਸਮੇਂ ਦੇ ਵਿੱਚ ਵੱਡਾ ਮੁੱਦਾ ਹੁੰਦਾ ਹੈ, ਬੇਰੁਜ਼ਗਾਰੀ ਹੋ ਗਿਆ, ਉਹ ਹਾਲਾਤ ਸਾਨੂੰ ਪਤਾ ਹੈ, ਕੋਵਿਡ-19 ਨੂੰ ਲੈ ਕੇ ਕਿੰਨੇ ਕੁ ਹਾਲਾਤ ਇੱਥੇ ਠੀਕ ਨੇ, ਕਿਹੋ ਜਿਹੀ ਸਿਸਟਮ ਕੰਮ ਕਰ ਰਿਹਾ, ਤੁਹਾਡੇ ਕੋਲ ਕਿਹੜੇ ਮੁੱਦੇ ਹੋਣਗੇ? ਦੇਖੋ, ਦੋ ਤਰ੍ਹਾਂ ਦੇ ਮੁੱਦੇ ਨੇ। ਇੱਕ ਤਾਂ ਪੰਥਕ ਮੁੱਦੇ ਨੇ, ਜਿਹੜੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਾਡੇ ਗੁਰੂ ਘਰਾਂ ਦੀ ਸੇਵਾ ਸੰਭਾਲ ਅਤੇ ਜੋ ਸਿੱਖ ਸੰਸਥਾਵਾਂ ਨੇ ਉਹਨਾਂ ਨਾਲ ਜੁੜੇ ਹੋਏ ਨੇ। ਸੋ ਉਹਨਾਂ ਲਈ ਅਸੀਂ ਆਪਦਾ ਜਿਹੜਾ ਹੈ ਸਾਰਾ ਲੋਕਾਂ ਦੇ ਵਿੱਚ ਜਾ ਰਹੇ ਹਾਂ ਅਤੇ ਦੱਸ ਰਹੇ ਹਾਂ ਵੀ ਕੀ ਨਿਘਾਰ ਆਇਆ, ਉਹਨੂੰ ਕਿਸ ਤਰੀਕੇ ਨਾਲ ਅਸੀਂ ਸੁਧਾਰ ਕਰਨਾ। ਦੂਜਾ ਹੈ ਸਿਆਸੀ। ਉਹਦੇ ਵਿੱਚ ਮੇਰਾ ਇਹ ਮੰਨਣਾ ਹੈ ਕਿ ਹੁਣ ਤੱਕ ਪਾਰਟੀਆਂ ਬਹੁਤ ਵੱਡੇ ਵੱਡੇ ਵਾਅਦੇ ਕਰਦੀਆਂ ਆਈਆਂ, ਲੋਕਾਂ ਨੂੰ ਲਾਲਚ ਦੇ ਕੇ, ਲੋਕਾਂ ਨੂੰ ਮੁਫਤ ਚੀਜ਼ਾਂ ਦੇ ਕੇ, ਲੋਕਾਂ ਨੂੰ ਜਿਹੜਾ ਹੈ ਝੂਠੇ ਵਾਅਦੇ ਕਰਕੇ ਵੋਟਾਂ ਲੈਂਦੀਆਂ ਆਈਆਂ। ਪਰ ਪੰਜਾਬ ਦੀ ਜਿਹੜੀ ਹੈ, ਜੇ ਪੰਜਾਬ ਨੂੰ ਇਸ ਮੁਸ਼ਕਿਲ ਦੇ ਵਿੱਚੋਂ ਕੱਢਣਾ ਹੈ ਤਾਂ ਇੱਕ ਇਮਾਨਦਾਰ ਅਤੇ ਸਾਫ ਸੁਥਰਾ ਪ੍ਰਸ਼ਾਸਨ ਦੇਣ ਦੀ ਲੋੜ ਹੈ। ਉਹਦੇ ਵਿੱਚ ਸਾਰਾ ਕੁਝ ਆ ਜਾਂਦਾ ਹੈ। ਜੇ ਕੋਈ ਵੀ ਜਿਹੜਾ ਆਗੂ ਹੈ ਪੰਜਾਬ ਦਾ, ਜੇ ਨਿਸਵਾਰਥ ਹੋ ਕੇ ਆਪਦਾ ਨਿੱਜੀ ਸਵਾਰਥ ਛੱਡ ਕੇ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹਿੱਤਾਂ ਲਈ ਗੱਲ ਕਰੇਗਾ, ਪੰਜਾਬ ਦੇ ਪ੍ਰਸ਼ਾਸਨ ਦੇ ਵਿੱਚ, ਪ੍ਰਬੰਧ ਦੇ ਵਿੱਚ ਫੈਲੇ ਭ੍ਰਿਸ਼ਟਾਚਾਰ ਨੂੰ ਖਤਮ ਕਰਨ ਦੀ ਗੱਲ ਕਰੇਗਾ ਅਤੇ ਗਰੀਬ ਤੋਂ ਗਰੀਬ ਬੰਦੇ ਨੂੰ ਨਿਆਂ ਦਿਵਾਉਣ ਦੀ ਗੱਲ ਕਰੇਗਾ, ਤਾਂ ਸਾਰੀਆਂ ਜਿਹੜੀਆਂ ਬਾਕੀ ਚੀਜ਼ਾਂ ਨੇ ਆਪਣੇ ਆਪ ਠੀਕ ਹੋ ਜਾਣਗੀਆਂ। ਆਰਥਿਕ ਸੁਧਾਰ ਉਹ ਵੀ ਨਾਲ ਇਹਨਾਂ ਜਿਹੜਾ ਪ੍ਰਸ਼ਾਸਨਿਕ ਪ੍ਰਬੰਧਾਂ ਦੇ ਨਾਲ ਹੀ ਜੁੜੇ ਹੋਏ ਨੇ। ਸੋ ਸਭ ਤੋਂ ਵੱਡੀ ਮੈਂ ਗੱਲ ਸਮਝਦਾ, ਪੰਜਾਬ ਨੂੰ ਲੋੜ ਹੈ ਕਿ ਇੱਕ ਸੁਹਿਰਦ ਲੀਡਰਸ਼ਿਪ, ਇਮਾਨਦਾਰ ਲੀਡਰਸ਼ਿਪ, ਜਿਹੜੀ ਪੰਜਾਬ ਦਾ ਨਾਲ ਲੋਕਾਂ ਨੂੰ ਇੱਕ ਜਿਹੜਾ ਹੈ ਝੂਠੇ ਸੁਪਨੇ ਨਹੀਂ, ਬਲਕਿ ਇੱਕ ਸਹੀ ਡਾਇਰੈਕਸ਼ਨ ਵੱਲ ਕਦਮ ਚੱਕਣ ਦੀ ਗੱਲ ਕਰੇਗੀ। ਕੋਈ ਵੀ ਬੰਦਾ ਜੇ ਕੋਈ ਕਹਿੰਦਾ ਵੀ ਰਾਤੋਂ ਰਾਤ ਮੈਂ ਸੁਧਾਰ ਕਰ ਦੂੰਗਾ, ਉਹ ਲੋਕਾਂ ਨੂੰ ਝੂਠੇ ਦਿਲਾਸੇ, ਝੂਠੇ ਸੁਪਨੇ ਦਿਖਾਉਣ ਤੋਂ ਬਿਨਾਂ ਕੁਛ ਨਹੀਂ ਕਰ ਰਿਹਾ। ਇਹ ਤਾਂ ਇੱਕ ਇੱਕ ਕਦਮ ਚੱਕੇਗਾ ਸਹੀ ਡਾਇਰੈਕਸ਼ਨ ਵੱਲ, ਤਾਂ ਮੈਂ ਸਮਝਦਾ ਆਉਣ ਵਾਲੇ 10 ਸਾਲਾਂ ਵਿੱਚ, 15 ਸਾਲਾਂ ਵਿੱਚ ਪੰਜਾਬ ਦਾ ਕੋਈ ਸੁਧਾਰ ਹੋ ਸਕਦਾ ਹੈ। ਅਤੇ ਉਹ ਵੀ ਲਗਾਤਾਰ ਜੇ ਉਸ ਸੋਚ ਦੇ ਲੋਕ ਜਿਹੜਾ ਹੈ ਉਹਨਾਂ ਨੂੰ ਮੌਕਾ ਮਿਲੇ। ਅਤੇ ਇਹ ਰਾਤੋਂ ਰਾਤ ਕੋਈ ਵੀ ਨਹੀਂ। ਅਸੀਂ ਕੀ ਹੈ, ਅਸੀਂ ਸਿਰਫ ਇਹਨਾਂ ਵਾਅਦਿਆਂ ਨਾਅਰਿਆਂ 'ਚ ਵੀ ਇਹ ਰਾਤੋਂ ਰਾਤ ਆਹ ਤਬਦੀਲੀ ਲਿਆ ਦਾਂਗੇ, ਅਸੀਂ ਮੁਫਤ ਬਿਜਲੀ ਦੇ ਦਾਂਗੇ, ਅਸੀਂ ਮੁਫਤ ਆਟਾ ਦਾਲ ਦੇ ਦਾਂਗੇ, ਕੁੜੀਆਂ ਦੇ ਵਿਆਹ ਕਰ ਦਾਂਗੇ। ਉਹ ਬਾਕੀ ਜੇ ਆਰਥਿਕ ਤੌਰ 'ਤੇ ਜਾਂ ਪ੍ਰਬੰਧਕ ਤੌਰ 'ਤੇ ਜੇ ਸੁਧਾਰ ਹੋਣਗੇ, ਭ੍ਰਿਸ਼ਟਾਚਾਰ ਖਤਮ ਹੋਏਗਾ, ਤਾਂ ਮੈਂ ਸਮਝਦਾ ਇਹ ਸਾਰੀਆਂ ਚੀਜ਼ਾਂ ਬੜੀਆਂ ਛੋਟੀਆਂ ਜਾਪਣਗੀਆਂ। ਲੋਕਾਂ ਨੂੰ ਬੁਨਿਆਦੀ ਸਹੂਲਤਾਂ ਮਿਲਣਗੀਆਂ ਅਤੇ ਸਾਰੀਆਂ ਚੀਜ਼ਾਂ ਬੜੀਆਂ ਛੋਟੀਆਂ ਹੋ ਜਾਣਗੀਆਂ। ਸੋ ਮੇਰਾ ਮੰਨਣਾ ਇਹ ਹੈ ਵੀ ਸਰਕਾਰ ਨੂੰ ਜਿਹੜੀ ਸੁਹਿਰਦ ਹੋਏਗੀ, ਜਿਹੜੀ ਆਪਦਾ ਜਿਹੜਾ ਹੈ ਨਿੱਜੀ ਹਿੱਤ ਨਾ ਦੇਖ ਕੇ ਲੋਕਾਂ ਦਾ ਸੋਚੇਗੀ, ਉਹ ਜ਼ਰੂਰ ਪੰਜਾਬ ਦੇ ਸਫਲ ਵੀ ਹੋਏਗੀ ਅਤੇ ਪੰਜਾਬ ਦੇ ਵਿੱਚ ਬਹੁਤ ਸੁਧਾਰ ਵੀ ਲਿਆ ਜਾ ਸਕਦਾ। ਢੀਂਡਸਾ ਸਾਹਿਬ, ਨਵਾਂ ਸੈਂਟਰ ਜਿਹੜਾ ਬਿੱਲ ਲੈ ਕੇ ਆ ਰਹੀ ਹੈ, ਚਾਹੇ ਖੇਤੀ ਵਾਲਾ ਬਿੱਲ ਹੋਵੇ ਜਾਂ ਫਿਰ UAPA ਵਾਲਾ ਬਿੱਲ ਹੋਵੇ, ਜੋ ਇਸ ਵੇਲੇ ਜਿਸ ਦੇ ਅਕੋਰਡਿੰਗਲੀ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ, ਤੁਹਾਡਾ ਕੀ ਸਟੈਂਡ ਰਹੇਗਾ ਇਸ 'ਤੇ? ਦੇਖੋ, UAP ਬਿੱਲ ਤਾਂ ਆਲਰੇਡੀ ਪਾਸ ਹੋ ਚੁੱਕੇ ਹੈ। ਸੋ ਸਾਡਾ ਸਟੈਂਡ ਬੜਾ ਸਪਸ਼ਟ ਹੈ ਕਿ ਉਹ ਸਾਰੇ ਜਿਹੜੇ ਕੇਸ ਨੇ ਪੰਜਾਬ ਦੇ ਵਿੱਚ ਜਿਹੜੇ ਦਰਜ ਕੀਤੇ ਗਏ ਨੇ, ਉਹਨਾਂ ਨੂੰ ਦੁਬਾਰੇ ਵਿਚਾਰਿਆ ਜਾਵੇ ਅਤੇ ਸਾਰੇ ਜਿਹੜੇ ਝੂਠੇ ਕੇਸ ਨੇ ਖਤਮ ਕੀਤੇ ਜਾਣ। ਅਤੇ ਜੇ ਕੋਈ ਮਾੜਾ ਮੋਟਾ, ਜੇ ਕਿਸੇ ਦੀ ਥੋੜ੍ਹੀ ਮੋਟੀ ਇਨਵੋਲਵਮੈਂਟ ਜੇ ਸਾਬਤ ਵੀ ਹੁੰਦੀ ਹੈ, ਉਹਨਾਂ ਨੂੰ ਮੇਨ ਸਟਰੀਮ ਵਿੱਚ ਲਿਆਉਣ ਨੂੰ ਸਾਨੂੰ ਯਤਨ ਕਰਨਾ ਚਾਹੀਦਾ ਹੈ। ਕਿਉਂਕਿ ਜੇ ਸਾਡੇ ਆਪਣੇ ਬੱਚੇ ਜੇ ਕਿਤੇ ਭੜਕ ਜਾਣ, ਅਸੀਂ ਉਹਨਾਂ ਨੂੰ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਨੂੰ ਆਪਾਂ ਸਮਝਾ ਬੁਝਾ ਕੇ ਨਾਲ ਜੁੜੀਏ, ਨਾ ਕਿ ਉਹਨਾਂ ਨੂੰ ਸਜ਼ਾ ਦੇ ਕੇ। ਸੋ ਸਰਕਾਰ ਤਾਂ ਜਿਹੜੀ ਹੈ ਇੱਕ ਮਾਂ ਬਾਪ ਦਾ ਰੂਪ ਹੀ ਹੁੰਦੀ ਹੈ, ਅਤੇ ਸਰਕਾਰ ਨੂੰ ਸਾਰਿਆਂ ਨੂੰ ਪ੍ਰੇਰ ਕੇ ਜੋੜਨਾ ਚਾਹੀਦਾ ਹੈ। ਇਹ ਡਰਾ ਕੇ ਬੜਾ ਡਰੈਕੋਨੀਅਨ ਲਾਅ ਹੈ। ਇਹ ਛੋਟਾ ਜਿਹਾ ਜੇ ਤੁਸੀਂ ਕਿਸੇ ਮੀਟਿੰਗ 'ਚ ਹਿੱਸਾ ਲੈ ਲਿਆ, ਕਿਤੇ ਤੁਸੀਂ 2 ਸ਼ਬਦ ਸੋਸ਼ਲ ਮੀਡੀਆ 'ਤੇ ਲਿਖਤੇ, ਉਹਦੇ ਨਾਲ ਤੁਸੀਂ ਮਿਲੀਟੈਂਟ ਨਹੀਂ ਹੋ ਗਏ। ਉਹਦੇ ਨਾਲ ਜੇ ਤੁਸੀਂ ਐਸੇ ਜਿਹੜੇ ਨੇ ਖਤਰਨਾਕ ਕਾਨੂੰਨ ਜੇ ਤੁਸੀਂ ਲਾਗੂ ਕਰੋਗੇ, ਉਹਦਾ ਬੱਚੇ ਦੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ। ਸੋ ਸਾਡਾ ਮੰਨਣਾ ਇਹ ਹੈ ਵੀ ਸਰਕਾਰ ਨੂੰ ਇਹਨਾਂ ਨੂੰ ਜਿਹੜਾ ਹੈ ਸਾਰੇ ਕੇਸ ਵਾਪਸ ਲੈਣੇ ਚਾਹੀਦੇ ਨੇ। ਅਤੇ ਅਸੀਂ ਕਦੇ ਵੀ, ਸਾਡੀ ਪਾਰਟੀ ਬਿਲਕੁਲ ਰੈਫਰੈਂਡਮ 2020 ਦੇ 100% ਦੇ ਖਿਲਾਫ ਹੈ। ਅਸੀਂ ਖਾਲਿਸਤਾਨ ਦੇ 100% ਦੇ ਖਿਲਾਫ ਹਾਂ। ਪਰ ਅਸੀਂ ਨਾਲ ਇਹ ਸਾਡਾ ਮੰਨਣਾ ਹੈ ਵੀ ਹਿਊਮਨ ਰਾਈਟਸ ਜਿਹੜੇ ਨੇ ਉਹਨਾਂ ਦੀ ਪ੍ਰੋਟੈਕਸ਼ਨ ਹੋਣੀ ਚਾਹੀਦੀ ਹੈ, ਚਾਹੇ ਕੋਈ ਵੀ ਹੈ। ਉਹਨਾਂ ਦੀ ਹਿਊਮਨ ਰਾਈਟਸ ਦੀ ਕਦਰ ਹੋਣੀ ਚਾਹੀਦੀ ਹੈ।
ਤੇ ਇਹ ਸਾਰੇ ਕੇਸ ਵਾਪਸ ਹੋਣੇ ਚਾਹੀਦੇ। ਤੇ ਖੇਤੀ ਸੁਧਾਰ ਬਿੱਲ ਜਿਹੜਾ ਲੈ ਕੇ ਆਂਦਾ ਜਾ ਰਿਹਾ ਹੈ ਜਾਂ ਬਿਹਾਰ ਦੇ ਵਿੱਚ ਪੂਰੀ ਤਰ੍ਹਾਂ ਜਿਹੜੀ ਰਿਪੋਰਟ ਆਈ ਹੈ, ਪਰਸੋਂ ਤਰਸੋਂ ਰਿਪੋਰਟ ਵੀ ਭੇਜੀ ਹੈ, ਉਹਦੇ ਵਿੱਚ ਦੱਸਿਆ ਕਿ ਬੜੇ ਧੱਕੇਸ਼ਾਹੀ ਉਸ ਤੋਂ ਬਾਅਦ ਕਿਸਾਨਾਂ ਦੇ ਉੱਤੇ। ਜੇਕਰ ਇੱਥੇ ਤੁਹਾਡੀ ਕਮਾਂਡ ਆਉਂਦੀ ਹੈ, ਤੁਹਾਡਾ ਕੀ ਸਟੈਂਡ ਰਹੇਗਾ ਇਸ ਬਿੱਲ ਤੇ? ਅਸੀਂ ਤਾਂ ਬਿਲਕੁਲ ਖਿਲਾਫ ਹਾਂ। ਢੀਂਡਸਾ ਸਾਹਿਬ ਨੇ ਬੜੀ 3 ਪੇਜ ਦੀ ਲੈਟਰ ਬੜੀ ਵਿਸਥਾਰ ਦੇ ਵਿੱਚ ਉਸ ਤਿੰਨੇ ਬਿੱਲਾਂ ਜਿਹੜੇ ਆਰਡੀਨੈਂਸ ਨੇ ਉਹਨਾਂ ਦੇ ਪਹਿਲੂਆਂ ਨੂੰ ਉਹਨਾਂ ਨੇ ਲਿਖਿਆ ਵੀ ਪ੍ਰਧਾਨ ਮੰਤਰੀ ਜੀ ਨੂੰ ਵੀ ਇਹਨੂੰ ਵਾਪਸ ਲੈਣਾ ਚਾਹੀਦਾ ਹੈ। ਇਹ ਕਿਸਾਨਾਂ ਦੇ ਹਿੱਤ ਵਿੱਚ ਨਹੀਂ ਹਨ, ਕਿਉਂਕਿ ਨਾ ਤਾਂ ਉਹ 'ਚ MSP ਦੀ ਗੱਲ ਹੈ, ਨਾ ਉਹ 'ਚ ਕਿਸੇ ਏਜੰਸੀ ਜਿਹੜੀ ਖਰੀਦ ਕਰਦੀ ਹੈ ਉਹਦਾ ਕੋਈ ਵਰਣਨ ਹੈ, ਅਤੇ ਫਿਰ ਉਹ 'ਚ ਜੇ ਤੁਸੀਂ ਕੋਈ ਪ੍ਰੋਟੈਕਸ਼ਨ ਮੈਕੈਨਿਜ਼ਮ ਹੀ ਨਹੀਂ ਰੱਖਿਆ, ਫਿਰ ਤੁਸੀਂ ਕਿਵੇਂ ਕਹਿ ਰਹੇ ਹੋ ਵੀ ਅਸੀਂ ਜਿਹੜਾ MSP 'ਤੇ ਖਰੀਦ ਕਰਾਂਗੇ। ਸੋ ਸਾਰੇ ਸਿਰਫ ਲਾਰੇ ਨੇ। ਹੋ ਸਕਦਾ ਸਾਲ 2 ਸਾਲ ਖਰੀਦ ਕਰ ਲੈਣ, ਪਰ ਇਸ ਤੋਂ ਸ਼ੰਕਾ ਇਹੀ ਹੈ ਵੀ ਆਉਣ ਵਾਲੇ ਸਮੇਂ 'ਚ ਹੌਲੀ ਹੌਲੀ ਕਰਕੇ ਪੰਜਾਬ ਦੇ ਵਿੱਚ ਸਰਕਾਰ ਖਰੀਦ ਘਟਾਉਣ ਜਾ ਰਹੀ ਹੈ। ਸੋ ਅਸੀਂ ਉਹਦਾ ਪੁਰਜ਼ੋਰ ਵਿਰੋਧ ਕਰਦੇ ਹਾਂ। ਅਤੇ ਦੂਜਾ ਜਿਹੜਾ ਹੈ ਇਲੈਕਟ੍ਰਿਸਿਟੀ ਰੈਗੂਲੇਟਰੀ ਐਕਟ, ਅਸੀਂ ਉਹਦਾ ਵੀ ਵਿਰੋਧ ਕਰਦੇ ਹਾਂ, ਕਿਉਂਕਿ ਜੇ ਅਸੀਂ ਸੂਬਿਆਂ ਦੇ ਅਧਿਕਾਰ ਖੋਵਾਂਗੇ, ਸਾਰਾ ਕੁਛ ਕੇਂਦਰ ਆਪਦੇ ਕੰਟਰੋਲ 'ਚ ਲੈ ਲੇਗੀ, ਤਾਂ ਫਿਰ ਸੂਬੇ ਤਾਂ ਇੱਕ ਮਿਊਨਿਸਪੈਲਿਟੀ ਬਣ ਕੇ ਰਹਿ ਜਾਣਗੇ। ਅਸੀਂ ਅਕਾਲੀ ਦਲ ਹਮੇਸ਼ਾ ਸੂਬਿਆਂ ਨੂੰ ਵੱਧ ਅਧਿਕਾਰ ਦੀ ਗੱਲ ਕਰਦਾ ਰਿਹਾ, ਅਤੇ ਅਸੀਂ ਤਾਂ ਹੋਰ ਪਾਰਟੀਆਂ ਨੂੰ ਵੀ ਨਾਲ ਜੋੜਦੇ ਰਹੇ ਹਾਂ ਵੀ ਸਾਡੇ ਨਾਲ ਇਸ ਮੁੱਦੇ 'ਤੇ ਦੂਜੀਆਂ ਪਾਰਟੀਆਂ ਨੂੰ ਵੀ ਅਕਾਲੀ ਦਲ ਜੋੜਦਾ ਰਿਹਾ ਵੱਧ ਅਧਿਕਾਰਾਂ ਲਈ। ਅਤੇ ਜੇ ਹੁਣ ਉਹ ਜਿਹੜਾ ਹੈ ਇਲੈਕਟ੍ਰਿਸਿਟੀ ਰੈਗੂਲੇਟਰੀ ਅਥਾਰਟੀ ਹੈ ਜਿਹੜੀ ਪੰਜਾਬ ਦੀ, ਜੇ ਉਹਦੇ ਅਪੋਇੰਟ ਕਰਨ ਵਾਸਤੇ ਚੇਅਰਮੈਨ ਵੀ ਉਹੀ ਲਾਉਣਗੇ, ਸਾਰਾ ਕੁਝ ਉਹ ਫਿਕਸ ਕਰਨਗੇ, ਤਾਂ ਫਿਰ ਸੂਬਿਆਂ ਦਾ ਕੀ ਅਧਿਕਾਰ ਹੈ ਜੀ। ਅਤੇ ਇਸੇ ਤਰ੍ਹਾਂ ਸੋ ਸਾਡਾ ਮੰਨਣਾ ਹੈ ਵੀ ਚਾਹੇ ਇਹ ਐਗਰੀਕਲਚਰ ਦੇ ਜਿਹੜੇ ਆਰਡੀਨੈਂਸਿਸ ਨੇ, ਚਾਹੇ ਜਿਹੜਾ ਇਲੈਕਟ੍ਰਿਸਿਟੀ ਜਿਹੜੇ ਕਾਨੂੰਨ ਹੈ, ਇਹ ਬਿਲਕੁਲ ਜਿਹੜਾ ਹੈ ਲੋਕਤੰਤਰ ਦੀ ਜਿਹੜੀ ਪ੍ਰਣਾਲੀ ਹੈ, ਫੈਡਰਲਿਜ਼ਮ ਦਾ ਜਿਹੜਾ ਸਿਸਟਮ ਹੈ ਦੇਸ਼ ਦੇ ਵਿੱਚ, ਜੋ ਬੜੇ ਸੋਚ ਵਿਚਾਰ ਕੇ ਲਾਗੂ ਕੀਤਾ ਗਿਆ, ਉਹਦੇ ਅਗੇਂਸਟ ਹੈ। ਉਸ ਜਿਹੜੀ ਬੇਸਿਕ ਸਪਿਰਿਟ ਹੈ ਜਿਹੜੀ ਫੈਡਰਲਿਜ਼ਮ ਦੀ, ਉਹਦੇ ਅਗੇਂਸਟ ਨੇ। ਤਾਂ ਢੀਂਡਸਾ ਸਾਹਿਬ, ਜਿਸ ਵੇਲੇ ਤੁਸੀਂ ਖਜ਼ਾਨਾ ਮੰਤਰੀ ਸੀ, ਉਸ ਵੇਲੇ ਕਾਂਗਰਸ ਵੱਲੋਂ ਬੜੇ ਪੁਰਜ਼ੋਰ ਤਰੀਕੇ ਨਾਲ ਇਹ ਅਪੀਲ ਕੀਤੀ ਜਾਂਦੀ ਸੀ ਕਿ ਪੰਜਾਬ ਦੇ ਆਰਥਿਕ ਹਾਲਾਤਾਂ ਦੇ ਉੱਤੇ ਵਾਈਟ ਪੇਪਰ ਲੈ ਕੇ ਆਇਆ ਜਾਵੇ। ਇਲੈਕਸ਼ਨਾਂ ਤੋਂ ਪਹਿਲਾਂ ਤੁਹਾਡਾ ਕੋਈ ਮੰਤਵ ਹੈ ਇੱਦਾਂ ਦਾ ਕਿ ਲਿਆਇਆ ਜਾਵੇ, ਵਾਈਟ ਪੇਪਰ ਲਿਆਇਆ ਜਾਵੇ, ਲੋਕਾਂ ਨੂੰ ਅਸਲ ਪੋਜੀਸ਼ਨ ਤੋਂ ਆਗਾਹ ਕੀਤਾ ਜਾਵੇ ਅਤੇ ਸਾਡੀਆਂ ਭਵਿੱਖ ਦੀਆਂ ਜਿਹੜੀਆਂ ਰਣਨੀਤੀਆਂ ਨੇ ਉਹਨਾਂ ਤੋਂ ਆਗਾਹ ਕਰਵਾਇਆ ਜਾਵੇ? ਦੇਖੋ, ਦੁੱਖ ਦੀ ਗੱਲ ਹੈ ਵੀ ਕਿਸੇ ਵੀ ਸਰਕਾਰ ਨੇ ਸੰਜਮ ਨਹੀਂ ਵਰਤਿਆ। ਜਿਹੜੇ ਖਾਸ ਤੌਰ 'ਤੇ ਜੋ ਸਾਡੇ ਫਾਈਨੈਂਸਿਸ ਨੇ ਉਹਨਾਂ ਦੇ ਸੰਬੰਧੀ, ਅਤੇ ਅਸੀਂ ਚਾਹੇ ਡਿਵੈਲਪਮੈਂਟ ਹੈ, ਚਾਹੇ ਸਹੂਲਤਾਂ ਨੇ, ਚਾਹੇ ਹੋਰ ਹੈ, ਅਸੀਂ ਕਰਜ਼ੇ ਲੈ ਕੇ ਉਹ ਲੋਕਾਂ ਨੂੰ ਦਿੰਦੇ ਰਹੇ ਹਾਂ, ਅਤੇ ਲੋਕਾਂ ਤੋਂ ਅਸੀਂ ਵੋਟਾਂ ਲੈਂਦੇ ਰਹੇ ਹਾਂ। ਮੈਂ ਇੱਕ ਪਾਰਟੀ ਨੂੰ, ਸਾਰੀਆਂ ਪਾਰਟੀਆਂ ਦੀ ਮੈਂ ਗੱਲ ਕਰਦਾ, ਪਰ ਅਸਲ ਦੇ ਵਿੱਚ ਕੀ ਹੈ ਵੀ ਉਹ ਜਿਹੜਾ ਪੈਸਾ ਹੈ ਉਹ ਤੁਸੀਂ ਲੋਕਾਂ ਦੇ ਸਿਰ ਹੀ ਕਰਜ਼ਾ ਚਾੜ੍ਹ ਕੇ ਲੋਕਾਂ ਨੂੰ ਪੈਸੇ ਦੇਈ ਜਾ ਰਹੇ ਹੋ। ਲੋਕ ਇਹ ਗੱਲ ਸਮਝਦੇ ਨਹੀਂ। ਲੋਕ ਸੋਚਦੇ ਆ ਸਰਕਾਰ ਸਿਰ ਕਰਜ਼ਾ। ਸਰਕਾਰ ਕੀ ਹੈ? ਲੋਕਾਂ ਦੀ ਹੈ। ਕੱਲ੍ਹ ਨੂੰ ਜਦ ਉਹ ਸਿਸਟਮ ਜਿਹੜਾ ਹੈ, ਇਹ ਵਿਸ਼ਿਅਸ ਸਾਈਕਲ ਹੈ ਕਰਜ਼ੇ ਦਾ, ਅਤੇ ਜਦ ਇਹ ਕਲੈਪਸ ਕਰ ਗਿਆ, ਜੋ ਅੱਜ ਉਸ ਕਦਾਰ 'ਤੇ ਆ ਗਏ ਅਸੀਂ ਵੀ ਉਹ ਕਲੈਪਸ ਕਰ ਚੁੱਕਿਆ, ਤਾਂ ਫਿਰ ਸੂਬੇ ਦੇ ਜਿਹੜੇ ਆਰਥਿਕ ਹਾਲਾਤ ਨੇ ਬਹੁਤ ਹੀ ਜ਼ਿਆਦਾ ਨਾਜ਼ੁਕ ਹੋ ਜਾਣਗੇ। ਸਾਡਾ ਕਰਜ਼ਾ ਵੀ ਨਹੀਂ ਮੁੜ ਜਾਣਾ। ਮੁਲਾਜ਼ਮਾਂ ਦੀ ਤਨਖਾਹਾਂ ਤਾਂ ਦੇਣੀਆਂ ਬਹੁਤ ਦੂਰ ਦੀ ਗੱਲ ਹੈ, ਹੋਰ ਸਹੂਲਤਾਂ ਦੇਣੀਆਂ ਬਹੁਤ ਦੂਰ ਦੀ ਗੱਲ ਹੈ। ਸਾਡੀ ਡਿਵੈਲਪਮੈਂਟ ਜਿਹੜੀ ਹੈ, ਜੋ ਸਾਡਾ ਬਣਿਆ ਹੋਇਆ ਜੋ ਇਨਫਰਾਸਟਰਕਚਰ, ਉਹ ਵੀ ਅਸੀਂ ਮੇਨਟੇਨ ਕਰਨ ਦੀ ਸਮਰੱਥਾ 'ਚ ਨਹੀਂ ਰਹਾਂਗੇ। ਸੋ ਇਹ ਸਾਰੀਆਂ ਚੀਜ਼ਾਂ ਜਿੰਨਾ ਚਿਰ ਚੱਲੀ ਜਾਂਦਾ, ਪਰ ਹੁਣ ਜਿਵੇਂ ਕੋਵਿਡ ਕਰਕੇ ਇਹ ਸਾਰਾ ਚੱਕਰ ਰੁਕ ਗਿਆ। ਮੈਨੂੰ ਲੱਗਦਾ ਹੈ ਆਉਣ ਵਾਲੇ ਜਿਹੜੇ 4-5 ਸਾਲ ਨੇ, ਉਹ ਪੰਜਾਬ ਦੇ ਆਰਥਿਕ ਤੌਰ 'ਤੇ ਪੰਜਾਬ ਲਈ ਬੜੇ ਜਿਹੜਾ ਹੈ ਚਿੰਤਾ ਦਾ ਜਿਹੜਾ ਹੈ ਆਲਮ ਦੇ ਵਿੱਚ ਗੁਜ਼ਰਨਗੇ। ਜੀ। ਅਤੇ ਢੀਂਡਸਾ ਸਾਹਿਬ, ਜਾਂਦੇ ਇੱਕ ਆਖਰੀ ਸਵਾਲ ਇਹ ਹੈ ਕਿ ਅਸੀਂ 3.5 ਸਾਲ ਪਹਿਲਾਂ ਇੱਕ ਸਹੁੰ ਚੁੱਕੀ ਜਾਂਦੀ ਹੈ ਤਲਵੰਡੀ ਸਾਬੋ ਵੱਲ ਹੱਥ ਕਰਕੇ, ਗੁਟਕਾ ਸਾਹਿਬ ਫੜ ਕੇ, ਪਰ 3.5 ਸਾਲ ਆਉਂਦੇ ਮੌਤਾਂ ਜਿਹੜੀਆਂ ਹੋ ਰਹੀਆਂ ਨੇ ਉਹ ਜ਼ਹਿਰੀਲੀ ਸ਼ਰਾਬ ਪੀਣ ਨਾਲ ਹੋ ਰਹੀਆਂ ਨੇ। ਮੈਨੂੰ ਲੱਗਦਾ ਕਿ ਇਹ ਮੁੱਦਾ ਵੀ ਬਹੁਤ ਆਉਣ ਵਾਲੇ ਸਮੇਂ ਦੇ ਵਿੱਚ ਅਹਿਮ ਰਹੇਗਾ। ਕੀ ਮੰਨਣਾ ਤੁਹਾਡਾ ਇੱਥੇ? ਦੇਖੋ, ਜਿਹੜੇ 3-4 ਵੱਡੇ ਮੁੱਦਿਆਂ 'ਤੇ ਜਿਨ੍ਹਾਂ 'ਚ ਕਾਂਗਰਸ ਨੇ ਲੋਕਾਂ ਨਾਲ ਵਾਅਦੇ ਕਰਕੇ ਵੋਟਾਂ ਲਈਆਂ, ਉਹਨਾਂ ਵਿੱਚ ਨਸ਼ਾ ਅਤੇ ਬਰਗਾੜੀ ਜਿਹੜਾ ਕਾਂਡ ਸੀ, ਉੱਥੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਇਹ 2 ਵੱਡੇ ਉਹਨਾਂ ਦੇ ਵਾਅਦੇ ਸੀ। ਤੀਜੇ, ਨੌਕਰੀਆਂ ਦੇਣੀਆਂ ਬੱਚਿਆਂ ਨੂੰ, ਜਿਹੜੇ ਘਰ ਦੇ ਵਿੱਚ। ਇਹ ਜਿਹੜੇ 3-4 ਵੱਡੇ ਇਸ਼ੂਜ਼ ਤੇ ਉਹਨਾਂ ਨੇ ਲੋਕਾਂ ਦੇ ਕਰਜ਼ਾ ਸਾਰਾ ਮਾਫ਼ ਕਰਨੇ। 4 ਇਸ਼ੂ ਸੀ ਵੱਡੇ: ਕਰਜ਼ਾ ਮਾਫੀ, ਨੌਕਰੀ ਅਤੇ ਬਰਗਾੜੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣਾ, ਅਤੇ ਤੀਜਾ ਤੁਸੀਂ ਗੱਲ ਕੀਤੀ ਹੈ, ਚੌਥਾ ਨਸ਼ੇ ਵਾਲਾ।
ਇਹ ਸਾਰਿਆਂ 'ਤੇ ਸਰਕਾਰ ਟੋਟਲੀ 0% ਜਿਹੜਾ ਹੈ ਇਹਨਾਂ ਦੀ ਪਰਫਾਰਮੈਂਸ ਹੈ, 0 ਰਾਦਰ ਵੱਧ ਤੋਂ ਬੱਤਰ ਹੋਈ ਹੈ। ਤੁਸੀਂ ਦੇਖੋ ਅੱਜ ਜਿਹੜੀ ਹੈ 2 ਨੰਬਰ ਦੀ ਸ਼ਰਾਬ ਪੰਜਾਬ ਵਿੱਚ ਜਿਹੜੇ ਮਰਜ਼ੀ ਪਿੰਡ 'ਚ ਲੈ ਲਓ, ਲੋਕਾਂ ਨੂੰ ਠੇਕੇ ਜਾਣ ਦੀ ਲੋੜ ਨਹੀਂ, ਘਰੇ ਸਪਲਾਈ ਹੁੰਦੀ ਹੈ। ਕਿਹਦੀ ਸ਼ਹਿ 'ਤੇ ਹੁੰਦੀ ਹੈ? ਜਦ ਤੱਕ ਸਿਆਸੀ ਲੋਕ, ਪੁਲਿਸ ਪ੍ਰਸ਼ਾਸਨ ਅਤੇ ਐਕਸਾਈਜ਼ ਡਿਪਾਰਟਮੈਂਟ ਇਹ ਤਿੰਨੇ ਨਹੀਂ ਰਲਦੇ, ਉਹਨਾਂ ਚਿਰ ਇਹ ਸਾਰਾ ਸੰਭਵ ਨਹੀਂ ਹੈ। ਸੋ ਇਹ ਅੱਜ ਸਰਕਾਰ ਦੀ ਟੋਟਲ ਅੱਜ ਜਿਹੜੀ ਇੰਨੇ ਗਰੀਬ ਲੋਕ ਵਿਚਾਰੇ 45 ਤੋਂ ਉੱਤੇ ਘਰ ਵੱਧ ਪਰਿਵਾਰ ਜਿਹੜੇ ਹੈ ਬਰਬਾਦ ਹੋ ਗਏ, ਉਹਦੇ ਲਈ ਕੌਣ ਜ਼ਿੰਮੇਵਾਰ ਹੈ? ਸਰਕਾਰ ਇਹੋ ਜਿਹੇ ਮੌਕੇ ਤਾਂ ਮੈਂ ਸਮਝਦਾ CM ਕੈਪਟਨ ਅਮਰਿੰਦਰ ਸਿੰਘ ਨੂੰ ਅਸਤੀਫਾ ਦੇਣਾ ਚਾਹੀਦਾ ਕਿ ਅਸੀਂ ਜੋ ਵਾਅਦੇ ਕੀਤੇ ਸੀ ਉਹਦੇ ਬਿਲਕੁਲ ਉਲਟ ਹੋ ਰਿਹਾ ਪੰਜਾਬ ਦੇ ਵਿੱਚ, ਅਤੇ ਫਿਰ ਅਸੀਂ ਤਾਂ ਰਾਜ ਕਰਨ ਦਾ ਹੱਕ ਹੀ ਨਹੀਂ ਸਾਨੂੰ। ਸੋ ਬਹੁਤ ਵੱਡੀਆਂ ਫੇਲਿਅਰਸ ਨੇ ਸਰਕਾਰ ਦੀਆਂ, ਅਤੇ ਇਹ ਪਹਿਲੀ ਮੈਨੂੰ ਲੱਗਦਾ ਦੇਸ਼ ਸਰਕਾਰ ਹੋਏਗੀ ਜਿਹੜੀ ਆਪਦੇ ਵਾਅਦਿਆਂ ਦੇ ਵਿੱਚੋਂ ਇੱਕ ਵੀ ਵਾਅਦਾ ਪੂਰਾ ਨਹੀਂ ਕਰ ਸਕੀ। ਕਾਰਨ ਕੀ ਮੰਨਦੇ ਹੋ? ਕਾਰਨ ਤਾਂ ਲੈਕ ਆਫ ਸਿੰਸੀਅਰਿਟੀ, ਉਹਨਾਂ ਨੂੰ ਜਿਹੜਾ ਹੈ ਲੋਕਾਂ ਪ੍ਰਤੀ ਜਿਹੜਾ ਹੈ ਆਪਣੀ ਜ਼ਿੰਮੇਵਾਰੀ ਨਹੀਂ ਸਮਝਦੇ ਉਹ, ਅਤੇ ਲੋਕਾਂ ਨਾਲ ਕੋਈ ਹਮਦਰਦੀ ਨਹੀਂ ਹੈ। ਜੇ ਸਰਕਾਰ ਹਮਦਰਦੀ ਰੱਖਦੀ ਹੋਵੇ ਤਾਂ ਘੱਟੋ ਘੱਟ ਜਿਹੜੇ ਕੰਮਾਂ 'ਚ ਪੈਸੇ ਦੀ ਲੋੜ ਨਹੀਂ, ਜਿੱਥੇ ਬਰਗਾੜੀ ਇਸ਼ੂ ਹੈ, ਚਾਹੇ ਨਸ਼ਿਆਂ ਨੂੰ ਖ਼ਤਮ ਕਰਨਾ ਹੈ, ਉੱਥੇ ਤਾਂ ਕੁਛ ਨਾ ਕੁਛ ਦੇਖੋ ਰਿਜ਼ਲਟ ਦਿੰਦੇ ਨਾ। ਬਾਕੀ ਚਲੋ ਆਪਾਂ ਇਹ ਕਹਿ ਸਕਦੇ ਹਾਂ ਜੀ ਪੈਸੇ ਬਹਾਨਾ ਉਹਨਾਂ ਨੇ ਬਣਾ ਲਿਆ ਜੀ, ਸਾਡੇ ਕੋਲ ਪੈਸੇ ਨਹੀਂ, ਅਸੀਂ ਕਰਜ਼ਾ ਨਹੀਂ ਮਾफ़ ਕਰ ਸਕੇ, ਅਸੀਂ ਘਰ ਘਰ ਨੌਕਰੀ ਨਹੀਂ ਦੇ ਸਕਦੇ। ਪਰ ਜਿਹੜੇ ਚੀਜ਼ ਕਰ ਸਕਦੇ ਨੇ, ਜਿਹਦੇ ਵਾਸਤੇ ਪੈਸੇ ਦੀ ਲੋੜ ਨਹੀਂ, ਜੇ ਉਹਦੇ ਵਿੱਚ ਵੀ ਤੁਹਾਡੀ ਪਰਫਾਰਮੈਂਸ 0 ਹੈ, ਫਿਰ ਤਾਂ ਤੁਹਾਡੀ ਆਪਦੀ ਨਲਾਇਕੀ ਹੈ। ਕੈਪਟਨ ਅਮਰਿੰਦਰ ਸਿੰਘ ਨੂੰ ਕੋਈ ਮਿਲ ਹੀ ਨਹੀਂ ਸਕਦਾ। ਉਹ ਵੀ ਮੌਜ ਮਾਰ ਰਹੇ ਨੇ ਪੰਜਾਬ ਦੇ ਲੋਕਾਂ ਦੇ ਸਿਰ 'ਤੇ, ਸਾਰੀ ਮੰਤਰੀ ਮੌਜ ਮਾਰ ਰਹੇ ਨੇ, ਅਤੇ ਲੋਕ ਜਿਹੜੇ ਨੇ ਵਿਚਾਰੇ ਰੋ ਰਹੇ ਨੇ। ਰਿਫਾਈਨਰੀ ਵਾਲਾ ਮੁੱਦਾ ਤੁਹਾਨੂੰ ਲੱਗਦਾ ਨਹੀਂ ਸੀ ਕਿ ਕਿਤੇ ਨਾ ਕਿਤੇ ਉਹ ਵੀ ਧੋਖਾ ਹੋਇਆ ਬਠਿੰਡੇ ਦੇ ਲੋਕਾਂ ਨਾਲ? ਨਹੀਂ, ਜਿਹੜਾ ਇਹ ਇੱਕ ਬੜਾ ਇਸ਼ੂ ਐਸਾ ਹੈ, ਕਿਉਂਕਿ ਜਿੱਥੋਂ ਤੱਕ ਤਾਂ ਉਸ ਮੁਲਾਜ਼ਮਾਂ ਦੀ ਗੱਲ ਹੈ ਜਿਹੜਾ ਥਰਮਲ ਪਲਾਂਟ ਦੀ, ਮੈਂ ਸਮਝਦਾ ਉਹਨਾਂ ਦੇ ਰੁਜ਼ਗਾਰ ਨੂੰ ਪ੍ਰੋਟੈਕਟ ਕਰਨਾ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ। ਸਰਕਾਰ ਨੂੰ ਉਹਨਾਂ ਦੇ ਰੁਜ਼ਗਾਰ, ਜਿਹੜੇ ਬੇਰੁਜ਼ਗਾਰ ਹੋ ਗਏ ਸਰਕਾਰ ਦੇ ਫੈਸਲੇ ਕਾਰਨ, ਉਹਨਾਂ ਦਾ ਰੁਜ਼ਗਾਰ ਸਰਕਾਰ ਨੂੰ ਪ੍ਰੋਟੈਕਟ ਕਰਨਾ ਚਾਹੀਦਾ। ਇੱਕ ਮੁੱਦਾ ਹੋ ਗਿਆ। ਪਰ ਜੇ ਸਾਨੂੰ ਬਿਜਲੀ ਮਹਿੰਗੀ ਪੈ ਰਹੀ ਹੈ, ਜੇ ਸਾਨੂੰ ਬਾਜ਼ਾਰ 'ਚੋਂ ਤਾਂ 3 ਰੁਪਏ ਨੂੰ ਮਿਲਦੀ ਹੈ, ਉੱਥੋਂ ਸਾਨੂੰ 6 ਰੁਪਏ ਨੂੰ ਬਣਦੀ ਹੈ, ਤਾਂ ਫਿਰ ਆਖਰ ਤਾਂ ਬੋਝ ਲੋਕਾਂ ਦੀ ਪੈਣਾ ਨਾ। ਜੇ ਅਸੀਂ ਉੱਥੇ 6 ਰੁਪਏ ਦੀ ਬਿਜਲੀ ਬਣਾ ਕੇ ਲੋਕਾਂ ਨੂੰ ਦੇਵਾਂਗੇ ਤਾਂ 1 ਰੁਪਏ ਯੂਨਿਟ ਹੋਰ ਮਹਿੰਗੀ ਹੋ ਜੂਗੀ। ਕਿਤੇ ਅਸਰ ਕਿਤੇ ਪੈਣਾ? ਸਾਰੇ ਪੰਜਾਬ ਦੇ ਲੋਕਾਂ ਦੀ ਪੈਣਾ। ਸੋ 2 ਪਹਿਲੂ ਨੇ ਮੈਂ ਸਮਝਦਾ। ਜੇ ਉਹ ਬੰਦ ਕਰਨਾ ਚਾਹੁੰਦੇ ਨੇ, ਇੱਕ ਪ੍ਰਬੰਧਕ ਹੀ ਉਹਨਾਂ ਦਾ ਪ੍ਰਸ਼ਾਸਨਿਕ ਫੈਸਲਾ ਹੈ, ਜ਼ਰੂਰ ਕਰਨ, ਪਰ ਜਿਹੜੇ ਲੋਕ ਉੱਥੇ ਨੇ ਉਹਨਾਂ ਦੀ ਰੁਜ਼ਗਾਰ ਦਾ ਧਿਆਨ ਰੱਖਣਾ ਉਹ ਸਰਕਾਰ ਦੀ ਡਿਊਟੀ ਬਣਦੀ ਹੈ। ਉਹਨਾਂ ਨੂੰ ਜਿੱਥੇ ਮਰਜ਼ੀ, ਜਿਹੜੇ ਮਰਜ਼ੀ ਮਹਿਕਮੇ 'ਚ ਰੁਜ਼ਗਾਰ ਦੇਣ, ਆਲਟਰਨੇਟਿਵ ਉੱਥੇ ਉਹਨੂੰ ਰੁਜ਼ਗਾਰ ਦੇਣਾ ਚਾਹੀਦਾ। ਤੇ ਪਰ ਤੁਹਾਡੇ ਪੁਰਾਣੇ ਸਾਥੀਆਂ ਵੱਲੋਂ ਤਾਂ ਇੱਕ ਵਾਰ ਫੇਰ ਪ੍ਰਚਾਰ ਸ਼ੁਰੂ ਕਰ ਦਿੱਤਾ ਗਿਆ ਕਿ ਜੇਕਰ ਸਰਕਾਰ ਬਣਦੀ ਹੈ ਤੇ ਸਸਤੀ ਬਿਜਲੀ ਅਸੀਂ ਦੇਵਾਂਗੇ। ਲੋਕ ਸਵਾਲ ਕਰ ਰਹੇ ਨੇ ਕਿ ਪਹਿਲਾਂ ਕਿਉਂ ਨਹੀਂ ਦਿੱਤੀ? ਦੇਖੋ, ਇਹ ਸਾਰੀਆਂ ਪਾਰਟੀਆਂ, ਚਾਹੇ ਆਮ ਆਦਮੀ ਪਾਰਟੀ ਹੈ, ਉਹ ਦਿੱਲੀ ਦਾ ਆਪਦਾ ਪ੍ਰੋਜੈਕਟ ਕਰਦੇ ਨੇ। ਪੰਜਾਬ ਦੇ ਵਿੱਚ ਹਾਲਾਤ ਹੋਰ ਨੇ। ਮੈਂ ਸਮਝਦਾ ਪੰਜਾਬ ਦੀ ਬਿਜਲੀ ਘੱਟ ਜ਼ਰੂਰ ਸਕਦੀ ਹੈ, ਪਰ ਇਹ ਨਹੀਂ ਕਹਿ ਸਕਦੇ ਵੀ ਆਪਾਂ ਜੀ 2-3 ਰੁਪਏ ਘਟਾ ਦੇਣਗੇ। ਇਹ ਸਾਰੀਆਂ ਝੂਠੀਆਂ ਗੱਲਾਂ ਨੇ। ਜੇ ਪੰਜਾਬ ਦੇ ਵਿੱਚ 1 ਰੁਪਿਆ ਯੂਨਿਟ ਬਿਜਲੀ ਘਟ ਜੇ ਅਤੇ 5 ਸਾਲ ਬਿਜਲੀ ਦਾ ਰੇਟ ਨਾ ਵਧੇ, ਉਹ ਵੀ ਵੱਡੀ ਪ੍ਰਾਪਤੀ ਹੋਏਗੀ। ਮੈਂ ਅੱਜ ਪਬਲਿਕਲੀ ਕਹਿ ਰਿਹਾ, ਅਸੀਂ ਚਾਹੇ ਲੋਕਾਂ ਨੂੰ ਵੋਟਾਂ ਲੈਣ ਲਈ ਜੋ ਮਰਜ਼ੀ ਕਹਿ ਦਈਏ ਵੀ ਅਸੀਂ ਐਂ ਕਰ ਦਾਂਗੇ, ਉਹ ਕਰ ਦਾਂਗੇ, ਆਖਰ ਬਿਜਲੀ ਸਾਨੂੰ ਸਸਤੀ ਮਿਲਦੀ ਹੈ। ਸਾਡੇ ਓਵਰਹੈੱਡ ਕਾਸਟ ਕਿੰਨੀਆਂ ਨੇ ਕਿ ਅਸੀਂ ਦੇਖਿਆ, ਅਸੀਂ ਕਿੰਨੀ ਮੁਫਤ ਬਿਜਲੀ ਦੇ ਰਹੇ ਹਾਂ ਪੰਜਾਬ ਦੇ ਵਿੱਚ। ਜੇ ਅਸੀਂ ਦਿੱਲੀ ਨਾਲ ਕੰਪੇਅਰ ਕਰਦੇ ਹਾਂ ਤਾਂ ਦਿੱਲੀ 'ਚ ਤਾਂ ਮੁਫਤ ਬਿਜਲੀ ਜਿਹੜੀ ਹੈ ਹੋਵੇਗੀ 1000-2000 ਕਰੋੜ ਰੁਪਏ ਦੀ। ਪੰਜਾਬ 'ਚ ਅਸੀਂ 10,000 ਕਰੋੜ ਦੀ ਮੁਫਤ ਬਿਜਲੀ ਦੇ ਰਹੇ ਹਾਂ। ਅਤੇ ਇਸੇ ਤਰ੍ਹਾਂ ਇਹ ਕਈ ਫੈਕਟਰਸ ਨੇ। ਸਾਨੂੰ ਸਾਡੇ ਜਿਹੜੇ ਡਿਸਟਰੀਬਿਊਸ਼ਨ ਚਾਰਜਸ ਨੇ, ਸਾਡੇ ਤਾਂ ਸਰਕਾਰੀ ਡਿਸਟਰੀਬਿਊਸ਼ਨ ਹੈ, ਸਾਡੇ ਮੁਲਾਜ਼ਮ ਜਿਹੜੇ ਨੇ ਉਹਨਾਂ ਦੀਆਂ ਪੈਨਸ਼ਨਾਂ ਵੀ ਦਿੰਦੇ ਹਾਂ ਅਸੀਂ। ਜਿਹੜੇ ਸਾਡੇ ਬਿਜਲੀ ਬੋਰਡ ਦੇ ਨੇ ਉਹਨਾਂ ਦੀ ਤਨਖਾਹਾਂ ਵੀ ਵੱਧ ਨੇ। ਉੱਥੇ ਸਾਰੀ ਪ੍ਰਾਈਵੇਟਾਈਜ਼ ਹੈ। ਪ੍ਰਾਈਵੇਟ ਦਾ ਤਾਂ ਤਨਖਾਹ ਹੀ ਕੁਛ ਨਹੀਂ। ਜਿਹੜੇ ਪ੍ਰਾਈਵੇਟ ਡਿਸਟਰੀਬਿਊਟਰ ਨੇ ਉੱਥੇ ਤੁਸੀਂ ਦੇਖੋਗੇ ਉਹਨਾਂ ਦੀ ਤਨਖਾਹਾਂ ਨਾ ਮਾਤਰ ਹੁੰਦੀਆਂ ਨੇ, ਅਤੇ ਘੱਟੋ ਘੱਟ ਮੁਲਾਜ਼ਮ ਰੱਖਦੇ ਆ ਉਹ।
ਅਤੇ ਓਵਰਹੈਡ ਕਾਸਟ ਉਹਨਾਂ ਦੀ ਬਹੁਤ ਥੋੜ੍ਹੀਆਂ ਨੇ। ਉਹਨਾਂ ਦੇ ਬੈਂਕ ਕੋਈ ਕਰਜ਼ੇ ਨਹੀਂ ਲਏ ਹੋਏ। ਉਹ ਤਾਂ ਸਾਡੇ ਪੰਜਾਬ ਦੀ ਬਿਜਲੀ ਬੋਰਡ ਸਿਰ ਕਰਜ਼ਾ ਕਿੰਨਾ ਉਹ ਵੀ ਵਿੱਚੋਂ ਉਹ ਕੱਢਣਾ। ਸੋ ਓਵਰਹੈਡ ਜਿਹੜੀਆਂ ਕਾਸਟ ਨੇ ਉਹ ਪੰਜਾਬ ਦੀਆਂ ਬਿਲਕੁਲ, ਕਿਉਂਕਿ ਸਰਕਾਰੀ ਅਦਾਰਾ ਹੈ, ਸਰਕਾਰੀ ਖਰੀਦੀ ਅਦਾਰਾ ਹੈ, ਇਸ ਕਰਕੇ ਕਈ ਗੁਣਾ ਵੱਧ ਨੇ। ਅਸੀਂ ਦੂਜੇ ਸਟੇਟਸ ਨਾਲ ਖਾਸ ਤੌਰ 'ਤੇ ਦਿੱਲੀ ਜਾਂ ਬੰਬੇ ਸ਼ਹਿਰ ਜਿੱਥੇ ਸਾਰਾ ਜਿਹੜੀ ਹੈ ਬਿਜਲੀ ਦਾ ਡਿਸਟਰੀਬਿਊਸ਼ਨ ਸਿਸਟਮ ਟੋਟਲੀ ਪ੍ਰਾਈਵੇਟਾਈਜ਼ ਹੈ, ਉਹਨਾਂ ਨਾਲ ਅਸੀਂ ਮੇਲ ਕਰਕੇ ਨਹੀਂ ਦੇਖ ਸਕਦੇ। ਜੀ ਜੀ, ਪਰ ਢੀਂਡਸਾ ਸਾਹਿਬ ਜਿਹੜੇ ਸਮਝੌਤੇ ਹੋਏ ਨੇ, ਚਾਹੇ ਰਾਜਪੁਰਾ ਥਰਮਲ ਪਲਾਂਟ ਵਾਲਾ ਹੋਵੇ ਜਾਂ ਹਰਗੋਬਿੰਦਪੁਰੇ ਵਾਲਾ ਹੋਵੇ, ਉਹ ਤਾਂ ਤੁਹਾਡੇ ਟਾਈਮ 'ਚ ਹੀ ਹੋਏ ਨੇ। ਉਸ ਵੇਲੇ ਤੁਸੀਂ ਵਿਰੋਧ ਕੀਤਾ ਸੀ? ਨਹੀਂ, ਦੇਖੋ ਉਸ ਸਮੇਂ ਮੁਤਾਬਕ ਬਿਜਲੀ ਦੇ ਰੇਟ ਜਦ ਉਦੋਂ ਸੀਗੇ, ਤੁਸੀਂ ਕੱਢ ਕੇ ਦੇਖੋ, ਉਦੋਂ ਜਿਹੜੀ ਮਾਰਕੀਟ ਦੇ ਵਿੱਚ ਬਿਜਲੀ ਦਾ ਰੇਟ ਸੀ ਉਹ ਜਿਹੜਾ ਓਪਨ ਐਕਸੈਸ 'ਚ ਮਿਲਦਾ ਸੀ ਉਹ ਰੇਟ ਜ਼ਿਆਦਾ ਸੀ ਜੀ। ਉਦੋਂ ਜੇ ਤੁਸੀਂ ਪੀਕ ਦੇ ਵਿੱਚ ਲੈਣ ਜਾਂਦੇ ਸੀ ਤਾਂ 6 ਰੁਪਏ ਤੱਕ ਵੀ ਬਿਜਲੀ ਚਲੇ ਜਾਂਦੀ ਹੁੰਦੀ ਸੀ ਜੀ। ਹੁਣ ਥਰਮਲ ਪਲਾਂਟ ਇੰਨੇ ਲਾ ਗਏ, ਸਾਡੇ ਜਿਹੜੇ ਨੇ ਦੂਸਰੇ ਕੀ ਕਹਿੰਦੇ ਆ ਇਹਨਾਂ ਨੂੰ, ਸੋਲਰ ਪਲਾਂਟ ਇੰਨੇ ਲੱਗ ਗਏ ਕਿ ਬਿਜਲੀ ਦਾ ਰੇਟ ਹੁਣ ਤਕਰੀਬਨ 3 ਰੁਪਏ ਤੱਕ 2-2.5 ਰੁਪਏ ਤੱਕ ਹੀ ਆ ਗਿਆ। ਸੋ ਉਸ ਰੇਟ ਮੁਤਾਬਕ ਅੱਜ ਦੇ ਹਾਲਾਤਾਂ ਵਿੱਚ ਤਾਂ ਮੈਂ ਨਹੀਂ ਸਮਝਦਾ ਵੀ ਉਹ ਜਾਇਜ਼ ਲੱਗੇਗਾ, ਪਰ ਉਸ ਸਮੇਂ ਉਹ ਰੇਟ ਜ਼ਿਆਦਾ ਸੀ। ਪਰ ਇੱਕ ਗੱਲ ਹੈ, ਸਰਕਾਰ ਨੂੰ ਕਲੌਜ਼ ਜ਼ਰੂਰ ਪਾਉਣੇ ਚਾਹੀਦੇ ਸੀ, ਬਾਈਂਡਿੰਗ ਕਲੌਜ਼ ਨਹੀਂ ਸੀ ਹੋਣੇ ਚਾਹੀਦੇ ਜਿਹੜੇ ਇਹਨਾਂ ਨੇ ਕਲੌਜ਼ ਪਾਏ ਨੇ। ਕਿਉਂਕਿ ਮੇਰੇ ਕੋਲ ਤਾਂ ਜਦ ਹੋਏ ਨੇ, ਮੈਂ ਉਦੋਂ ਫਾਈਨੈਂਸ ਮਿਨਿਸਟਰ ਵੀ ਨਹੀਂ ਸੀ, ਨਾ ਮੇਰੇ ਕੋਲ ਬਿਜਲੀ ਦਾ ਮਹਿਕਮਾ ਸੀ। ਸਾਨੂੰ ਤਾਂ ਜੋ ਸਰਕਾਰ ਕੈਬਨਿਟ ਦੇ ਵਿੱਚ ਲੈ ਕੇ ਆਉਂਦੀ ਹੈ ਉਹ ਸਾਰਾ ਅਸੈਸ ਕਰਕੇ ਜੋ ਬੈਸਟ ਸਿਨੈਰੀਓ ਹੈ ਉਸ ਕੈਬਨਿਟ ਕੋਲ ਪੁੱਟ ਕਰਦੀ ਹੈ, ਕੈਬਨਿਟ ਉਹਨੂੰ ਪਾਸ ਕਰ ਦਿੰਦੀ ਹੈ ਜਿਹੜੇ ਸਾਡੇ ਕੋਲ ਡਾਟਾ ਹੁੰਦੇ ਨੇ। ਸੋ ਉਸ ਮੁਤਾਬਕ ਉਹ ਕੀਤਾ, ਪਰ ਜਿਹੜਾ ਕੀ ਉਹਨਾਂ ਨਾਲ ਇਹਨਾਂ ਨੇ ਐਗਰੀਮੈਂਟ ਕੀਤੇ, ਉਹ ਸਾਰਾ ਐਗਰੀਮੈਂਟ ਤਾਂ ਕੈਬਨਿਟ 'ਚ ਪਾਸ ਨਹੀਂ ਹੁੰਦੇ, ਨਾ ਹੀ ਉਹਦੀ ਉਨੀ ਸਮੀਖਿਆ ਹੁੰਦੀ ਹੈ। ਸੋ ਇਸ ਲਈ ਉਹ ਜਿਹੜੇ ਐਗਰੀਮੈਂਟ ਨੇ ਜਿੱਥੇ ਬਿਜਲੀ ਖਰੀਦਣ ਲਈ ਬਾਈਂਡਿੰਗ ਹੋ ਗਿਆ ਸਾਡੇ 'ਤੇ ਇਸ ਰੇਟ 'ਤੇ, ਉਹਦਾ ਪੰਜਾਬ ਨੂੰ ਜ਼ਰੂਰ ਨੁਕਸਾਨ ਹੋਇਆ। ਅਤੇ ਸਰਕਾਰ ਨੂੰ ਲੀਗਲ ਜਿਹੜਾ ਹੈ ਸਾਰੇ ਐਵਨਿਊਜ਼ ਐਕਸਪਲੋਰ ਕਰਨੇ ਚਾਹੀਦੇ ਨੇ ਵੀ ਉਹ ਜਿਹੜੇ ਨੇ ਜਿਹੜੇ ਐਗਰੀਮੈਂਟਸ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਅਸੀਂ ਜਿਹੜੀ ਉਹ ਬਾਈਂਡਿੰਗ ਕਲੌਜ਼ ਹੈ ਉਹ ਤੋਂ ਕਿਵੇਂ ਛੱਡ ਸਕਦੇ ਹਾਂ। ਢੀਂਡਸਾ ਸਾਹਿਬ, ਇੱਕ ਆਖਰੀ ਸਵਾਲ, ਤੁਸੀਂ ਜਾਣਾ ਬਹੁਤ ਥੋੜਾ ਕੀਮਤੀ ਸਮਾਂ ਹੈ, ਕਿਸਾਨਾਂ ਨੂੰ ਜਿਹੜੀ ਮੁਫਤ ਬਿਜਲੀ ਮਿਲ ਰਹੀ ਹੈ, ਤੁਹਾਨੂੰ ਲੱਗਦਾ ਕਿ ਠੀਕ ਹੈ? ਨਹੀਂ, ਕਿਸਾਨਾਂ ਨੂੰ ਦੇਖੋ, ਪੰਜਾਬ ਦੀ ਜਿਹੜੀ ਕਿਸਾਨੀ ਹੈ ਉਹ ਜ਼ਿਆਦਾ ਜਿਹੜੇ ਕਿਸਾਨ ਹੈ, ਛੋਟਾ ਕਿਸਾਨ ਹੈ, ਮੱਧਮ ਕਿਸਾਨ ਹੈ, ਅਤੇ ਉਹਨੂੰ ਸਰਕਾਰ ਦੀ ਮਦਦ ਦੀ ਲੋੜ ਹਮੇਸ਼ਾ ਹੀ ਰਹਿੰਦੀ ਹੈ। ਸੋ ਉਸ ਪੱਖ ਤੋਂ ਮੇਰਾ ਮੰਨਣਾ ਇਹ ਹੈ ਵੀ ਕਿਸਾਨ ਨੂੰ ਬਿਜਲੀ ਜਿਹੜੀ ਹੈ ਜ਼ਰੂਰ ਫ੍ਰੀ ਹੋਣੀ ਚਾਹੀਦੀ ਹੈ, ਪਰ ਇੰਨੀ ਸ਼ਨਾਖਤ ਜ਼ਰੂਰ ਹੋਣੀ ਚਾਹੀਦੀ ਹੈ ਵੀ ਜਿਹੜੇ ਬਹੁਤ ਵੱਡੇ ਕਿਸਾਨ ਨੇ, ਜਿਹੜੇ ਚੰਗੀਆਂ ਜ਼ਮੀਨਾਂ ਨੇ, ਉਹਨਾਂ ਨੂੰ ਅਸੀਂ 100% ਸਬਸਿਡੀ ਨਾ ਦੇ ਕੇ ਉਹਨੂੰ ਜਿਹੜੇ 70% ਸਬਸਿਡੀ ਕਰ ਦਿਓ, 75% ਸਬਸਿਡੀ ਦੇ ਦਿਓ, ਘੱਟੋ ਘੱਟ ਕੁਛ ਨਾ ਕੁਛ ਉਹਨਾਂ ਤੋਂ ਬਿੱਲ ਲਏ ਜਾ ਸਕਦੇ ਆ, ਤਾਂ ਕਿ ਉਹੀ ਪੈਸਾ, ਦੇਖੋ ਸਰਕਾਰ ਕੋਲ ਪੈਸਾ ਤਾਂ ਉਨਾ ਹੀ ਹੈ ਜੀ, ਜੇ ਉਹੀ ਪੈਸਾ ਜੇ ਅਸੀਂ ਅਮੀਰ ਨੂੰ ਦੇ ਰਹੇ ਹਾਂ ਉਹਦਾ ਉਹਨਾਂ ਫਾਇਦਾ ਨਹੀਂ, ਜੇ ਉਹੀ ਅਸੀਂ ਉਹ ਤੋਂ ਲੈ ਕੇ ਕੋਈ ਹੋਰ ਕਿਸਾਨ, ਛੋਟੇ ਕਿਸਾਨ ਨੂੰ ਦੇ ਦਾਂਗੇ ਜਾਂ ਕੋਈ ਹੋਰ ਸਕੀਮ ਚਲਾ ਦਾਂਗੇ, ਗਰੀਬਾਂ ਵਾਸਤੇ ਕੁਛ ਵਰਤ ਲਾਂਗੇ, ਤਾਂ ਉਹ ਬੈਟਰ ਯੂਟੀਲਾਈਜ਼ ਹੋ ਜਾਏਗਾ। ਸੋ ਬਿਜਲੀ ਛੋਟਾ ਅਤੇ ਜਿਹੜਾ ਮੀਡੀਅਮ ਮੱਧ ਵਰਗੀ ਕਿਸਾਨ ਹੈ ਉਹਨੂੰ ਤਾਂ ਮੁਫਤ ਬਿਜਲੀ ਤੋਂ ਬਿਨਾਂ ਨਹੀਂ ਸਰ ਸਕਦਾ, ਮੇਰਾ ਇਹ ਪੱਕਾ ਮੰਨਣਾ। ਪਰ ਜਿਹੜਾ ਵੱਡਾ ਕਿਸਾਨ ਹੈ ਉਹਨੂੰ ਕੁਛ ਨਾ ਕੁਛ ਜਿਹੜੀ ਬਿਜਲੀ ਦੇ ਰੇਟ ਸਰਕਾਰ ਚਾਰਜ ਕਰ ਸਕਦੀ ਹੈ। ਹਾਸ਼ੀਆ ਤੈਅ ਕਰਨਾ ਜ਼ਰੂਰੀ ਹੈ। ਹਾਂ, ਕਿਉਂਕਿ ਦੇਖੋ ਕੋਈ ਸਰਕਾਰ ਕਹਿ ਦੇ ਵੀ ਅਸੀਂ ਪੈਸੇ ਇੰਨੇ ਲਿਆਵਾਂਗੇ, ਮੈਂ ਫਾਈਨੈਂਸ ਵਿੱਚ ਦੇਖਿਆ, ਤੁਸੀਂ ਜ਼ੋਰ ਲਾ ਕੇ ਜੇ ਸਰਕਾਰ ਸਾਰੇ ਸਟੈਪ ਵੀ ਲੈ ਲੇ, ਕਿਉਂਕਿ ਸਾਡੇ ਕੋਲ ਜਿਹੜੇ ਰਿਸੋਰਸਿਸ ਨੇ ਬੜੇ ਲਿਮਿਟਿਡ ਨੇ, ਅਸੀਂ ਨਾ ਟੈਕਸ ਵੀ ਨਹੀਂ ਉਹਨਾਂ ਵਧਾ ਸਕਦੇ, ਕਿਉਂਕਿ ਆਖਰ ਗੁਆਂਢੀ ਸੂਬਿਆਂ ਨਾਲ ਸਾਡੀ ਕੰਪੀਟੀਸ਼ਨ ਹੁੰਦਾ, ਜੇ ਅਸੀਂ ਵਧਾਵਾਂਗੇ ਤਾਂ ਬਾਕੀ ਸੂਬਿਆਂ ਦਾ ਫਰਕ ਇੰਨਾ ਹੋ ਜਾਊਗਾ, ਸਾਡੇ ਚੋਰੀ ਸ਼ੁਰੂ ਹੋ ਜੂਗੀ। ਸੋ ਜਿੰਨੀ ਕੁ ਵੀ ਉਹ ਹੈ, ਅਸੀਂ ਜ਼ੋਰ ਲਾ ਕੇ ਕੋਈ ਸਰਕਾਰ 1000, 1500, 2000 ਕਰੋੜ ਤੋਂ ਵੱਧ ਸਾਲ 'ਚ ਨਹੀਂ ਆਮਦਨ ਵਧਾ ਸਕਦੀ। ਜਿੱਥੇ 1,50,000 ਕਰੋੜ ਦਾ ਬਜਟ ਹੈ, ਅਸੀਂ 2-3 ਹਜ਼ਾਰ ਕਰੋੜ ਤੋਂ ਜੇ ਵੱਧ ਨਹੀਂ ਵਧਾ ਸਕਦੇ। ਦੈਟ ਮੀਨਸ ਉਹ ਪੈਸੇ ਨੂੰ ਜੇ ਅਸੀਂ ਸਹੀ ਯੂਟੀਲਾਈਜ਼ ਕਰਨਾ ਚਾਹੁੰਦੇ ਹਾਂ, ਫਿਰ ਕਿਤੇ ਨਾ ਕਿਤੇ ਅਮੀਰਾਂ ਦੀ ਜਿਹੜੀ ਸਬਸਿਡੀ ਹੈ ਉਹਨੂੰ ਘਟਾ ਕੇ ਉਹਨੂੰ ਗਰੀਬਾਂ ਵੱਲ, ਲੋੜਵੰਦਾਂ ਵੱਲ, ਜਿਹੜੇ ਵਿਚਾਰੇ ਜਿਨ੍ਹਾਂ ਕੋਲ ਆਪਦੇ ਕੋਈ ਨਾ ਕਿਸੇ ਘਰ ਵੀ ਨਹੀਂ ਹੈ, ਕਿਹੜੇ ਵਿਚਾਰੇ, ਮੈਂ ਪਿੰਡਾਂ ਜਾਂਦੇ ਹਾਂ ਦੇਖਦੇ ਹਾਂ, ਵਿਚਾਰੇ ਕਈ ਗਰੀਬ ਨੇ, ਜਿਹਨਾਂ ਦੇ ਬਜ਼ੁਰਗ ਨੇ, ਉਹਨਾਂ ਕੋਲ ਕੋਈ ਸਾਧਨ ਨਹੀਂ ਹੈਗਾ ਰੋਟੀ ਦਾ,
ਉਹਨਾਂ ਦੇ ਜਵਾਕ ਵੀ ਉਹਨਾਂ ਨੂੰ ਨਹੀਂ ਉਹ ਰੱਖਦੇ। ਸੋ ਇਹੋ ਜਿਹੇ ਲੋਕਾਂ ਲਈ, ਗਰੀਬਾਂ ਲਈ ਸਰਕਾਰ ਹੋਰ ਸਕੀਮਾਂ 100 ਚਲਾ ਸਕਦੀ ਹੈ ਤਾਂ ਕਿ ਪੈਸੇ ਦੀ ਸਹੀ ਵਰਤੋਂ ਹੋਵੇ। ਇਹੀ ਜੀ ਜੀ। ਤੇ ਢੀਂਡਸਾ ਸਾਹਿਬ, ਇੱਕ ਜਾਂਦੇ ਜਾਂਦੇ ਇੱਕ ਸਵਾਲ ਮੈਨੂੰ ਲੱਗਦਾ ਬਣਦਾ ਹੈ ਕਿ ਇਲੈਕਸ਼ਨਾਂ ਵੇਲੇ ਕੀ ਕ੍ਰਾਈਟੇਰੀਆ ਰਹੇਗਾ ਟਿਕਟਾਂ ਵੰਡਣ ਦਾ? ਪਿਕ ਐਂਡ ਚੂਜ਼ ਰਹੇਗਾ ਜਾਂ ਤੁਸੀਂ ਡੈਮੋਕ੍ਰੈਟਿਕ ਦੀ ਗੱਲ ਕਰਦੇ ਹੋ, ਜਾਂ ਉਸ ਤਰੀਕੇ ਨਾਲ, ਜਿਸ ਤਰੀਕੇ ਨਾਲ ਹੋਏਗਾ ਜਿਵੇਂ ਤੁਸੀਂ ਗੱਲ ਕਰਦੇ ਹੋ ਵੀ ਉਹ ਤਰੀਕਾ, ਕਿਹੜਾ ਤਰੀਕਾ ਅਪਣਾਇਆ ਜਾਏਗਾ? ਦੇਖੋ, ਅਸੀਂ ਤਾਂ ਆਖਰ ਕੋਈ ਵੀ ਪਾਰਟੀ ਹੈ ਉਹਦਾ ਮਨਸ਼ਾ ਕੀ ਹੁੰਦੀ ਹੈ ਵੀ ਆਪਦੇ ਕੈਂਡੀਡੇਟ ਲੋਕ ਉਹ ਖੜੇ ਕਰੇ ਜਿਹੜੇ ਜਿੱਤਣ, ਜਿਨ੍ਹਾਂ ਦਾ ਲੋਕਾਂ 'ਚ ਵਧੀਆ ਸਤਿਕਾਰ ਹੋਵੇ, ਜਿਹੜੇ ਲੋਕਾਂ 'ਚ ਚੰਗੀ ਇੱਜ਼ਤ ਰੱਖਦੇ ਹੋਣ। ਸੋ ਸੁਭਾਵਿਕ ਹੈ ਵੀ ਅਸੀਂ ਜਿਹੜਾ ਹੈ ਆਪਦੇ ਲੋਕਲ ਜਿਹੜੇ ਸਾਡੇ ਆਗੂ ਨੇ, ਵਰਕਰ ਨੇ, ਸਾਰਿਆਂ ਨਾਲ ਸਲਾਹ ਕਰਕੇ ਹੀ ਟਿਕਟਾਂ ਤੈਅ ਕਰਾਂਗੇ। ਤੇ ਜੋ ਅਕਾਲੀ ਦਲ ਦੇ ਵਿੱਚ ਇੱਕ ਸੋਚ ਬਣ ਗਈ ਸੀ ਸਰਮਾਏਦਾਰੀ ਵਾਲੀ ਵੀ ਵੱਡੇ ਵੱਡੇ ਇੰਡਸਟਰੀਅਲਿਸਟ, ਵੱਡੇ ਵੱਡੇ ਵਪਾਰੀ ਉਹਨੂੰ ਲਿਆ ਕੇ ਟਿਕਟ ਦੇ ਦਿਓ, ਇਹ ਸੋਚ ਕੇ ਵੀ ਯਾਰ ਇਹ ਪੈਸਾ ਲਾ ਕੇ ਜਿੱਤ ਜਾਣਗੇ, ਉਹ ਬਿਲਕੁਲ ਨਹੀਂ ਅਸੀਂ ਕਰਾਂਗੇ। ਅਸੀਂ ਪਾਰਟੀ ਦੇ ਪੁਰਾਣੇ ਵਫਾਦਾਰ ਗ੍ਰਾਸ ਰੂਟ ਤੇ ਜਿਹੜੇ ਕੰਮ ਕਰਨ ਵਾਲੇ ਲੋਕ ਨੇ ਉਹਨਾਂ ਚੋਂ ਟਿਕਟਾਂ ਦੇਵਾਂਗੇ। ਜੀ, ਬਹੁਤ ਬਹੁਤ ਸ਼ੁਕਰੀਆ ਜੀ ਸਾਰੀ ਗੱਲਬਾਤ ਦੇ ਲਈ। ਸੋ ਇਹ ਸਨ ਸਾਬਕਾ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਸਾ, ਜਿਨ੍ਹਾਂ ਨੇ ਬੜੇ ਸਾਫ਼-ਸਾਫ਼ ਲਹਿਜ਼ੇ ਦੇ ਵਿੱਚ ਲਗਭਗ ਆਪਣੇ ਸਾਰੇ ਪ੍ਰੋਗਰਾਮ ਆਉਣ ਵਾਲੇ ਸਮੇਂ 'ਚ ਔਰ ਸਰਕਾਰ ਦੀ ਇਸ ਪਰਫਾਰਮੈਂਸ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ। ਉਮੀਦ ਕਰਦਾ ਹਾਂ ਕਿ ਗੱਲਬਾਤ ਤੁਹਾਨੂੰ ਪਸੰਦ ਆਈ ਹੋਏਗੀ, ਔਰ ਫਿਰ ਵੀ ਇਸ ਗੱਲਬਾਤ ਬਾਰੇ ਤੁਹਾਡੀ ਕੋਈ ਰਾਏ ਹੈ ਤਾਂ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸ਼ੇਅਰ ਕਰੋ। ਫਿਲਹਾਲ ਇਹ ਗੱਲਬਾਤ ਮੈਨੂੰ ਇੱਥੇ ਹੀ ਖਤਮ ਕਰਨ ਦੀ ਦਿਓ ਆਗਿਆ। ਧੰਨਵਾਦ।